ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਵੇਖ ਰਹੇ ਹੋ ਅਕਾਲ ਚੈਨਲ। ਮੈਂ ਹਾਂ ਮਨਦੀਪ ਸਿੰਘ। ਤਰੀਕ ਹੈ ਅੱਜ 20 ਅਪ੍ਰੈਲ दिन मंगलवार। मेरे नाल दोस्तों इस वक्त डॉक्टर सवैमान सिंह पखो के मौजूद ने जिहड़े कि हार्ट स्पैशलिस्ट ने USA न्यू जर्सी तो आए ने। इस वक्त असी किसान मजदूर संघर्ष कमेटी की जिहड़ी जगह हैगी है, जिहड़ी स्टेज लगी हुई है, जिहड़ा पंडाल लग्या होया उहदे बिल्कुल नाल मौजूद हाँ। डॉक्टर साहब पहुंचे हैगे इत्थे। सैटअप हो रहा कि नवे कमरे बनाए जाण, नवा रहण दा जिहड़ा इंतजाम किया जाए संगतां दी आमद नूं वेखदे हां। तो डिजीज़ जोड़े है खास तौर के उत्ते जिवें करोना की गल करा, एक साया भी बनया होया। कहा जा रहा सीगा सरकारां वल्लों कि ऑपरेशन क्लीन भी हो सकता है किसानां नूं चुकण दे लई। तां होर भी जिहड़े बहुत सारियां जिहड़ियां गल्लां ने, क्योंकि USA दे विच भी करोना आया, इंडिया दे विच भी करोना आया, तो बहुत सारे जिहड़े पहलू हैगे आ विचारण योग हैगे कि किस तरीके दे नाल सरकारां एक पासे लॉकडाउन लगा दिंदियां, दूजे पासे सरकारां जदों सरकारां नूं अपनी लोड़ हुंदी है, जदों इलैक्शन आउंदे आ उदों वड्डे वड्डे इकट्ठ भी किए जाते हैं। सो की सारे इस वक्त समीकरण बन रहे हैं। गलबात करते हैं, गलबात बहुत दिलचस्प होगी। सब तो पहला गुरु फतेह की सांझ पाते हैं जी। वाहिगुरू जी का खालसा वाहिगुरू जी की फतेह जी। डॉक्टर साहब असी बहुत सारे पहलुओं के उत्ते गलबात करनी हैगी है। साडी खुशकिस्मती भी मैं समझदा तुसीं आ गए हो, क्योंकि एक तो हार्ट के जोड़े डिजीज़ है वधदे जा रहे हैं। दोस्तों हुणे हुणे असीं जदों गलबात हले कर ही रहे सीगे तां जिहड़े किसान वीर है, क्योंकि सारिਆਂ ਨੂੰ तकरीबन हर एक ਨੂੰ किसी ना किसी चीज़ की प्रॉब्लम जरूर है, किसी ਨੂੰ शूगर है, किसी ਨੂੰ कुछ प्रॉब्लम हैगी। तो डॉक्टर साहब कोल आ भी रहे से अपने ਜਿਹੜੇ ਪੱਤਰੇ ਲੈ ਕੇ ਵੀ ਕੀ ਕਿੱਦਾਂ ਹੱਲ ਹੋਊਗਾ ਇਹਦਾ। ਸੋ ਪਹਿਲਾਂ ਤਾਂ ਜੀ ਇਹ ਦੱਸੋ ਵੀ ਤੁਹਾਡਾ ਇੱਥੇ ਆਉਣ ਦਾ ਅੱਜ ਕੀ ਕਾਰਨ ਹੈਗਾ, ਫਿਰ ਅਗਲੀ ਗੱਲਬਾਤ ਕਰਦੇ ਹਾਂ ਜੀ। ਸੋ ਵੀਰ ਜੀ ਇੱਥੇ ਵੱਡਾ ਕਾਰਨ ਇਹ ਸੀ ਕਿ ਤੁਹਾਨੂੰ ਵੀ ਪਤਾ 4 ਦਿਨ ਪਹਿਲਾਂ ਵਾਹਵਾ ਮੀਂਹ ਪਿਆ, ਹਨੇਰੀਆਂ ਆਈਆਂ, ਨੁਕਸਾਨ ਹੋਇਆ। ਉਧਰੋਂ ਵੀ ਮੱਛਰ ਬਹੁਤ ਆ। ਸਾਫ ਸਫਾਈ ਵੱਲੋਂ ਆਪਣੇ ਇੰਡੀਆ 'ਚ ਵੈਸੇ ਹੀ ਮੱਛਰ ਬੜਾ ਮਲੇਰੀਆ ਦੇ ਕੇਸਿਸ ਹੁੰਦੇ ਆ, ਮੱਛਰ ਹੋ ਗਿਆ। ਉਧਰੋਂ ਜਦੋਂ ਟਰਾਲੀਆਂ 'ਚੋਂ ਲੋਕ ਨਿਕਲਦੇ ਸੀ, ਚੜ੍ਹਦੇ ਸੀ, ਡਾਲੇ ਦੇ ਸਿਰ ਵੱਜਦਾ, ਕਿਸੇ ਦਾ ਸਿਰ ਭੰਨਿਆ। ਅਸੀਂ ਬਹੁਤ ਪੇਸ਼ੈਂਟ ਵੇਖੇ ਸੀ। ਉਹ ਚੀਜ਼ ਤੋਂ ਤੰਗ ਆ ਕੇ ਅਸੀਂ ਬਾਂਸ ਦੇ ਘਰ, ਲੋਹੇ ਦੇ ਘਰ ਬਣਾਉਣੇ ਸ਼ੁਰੂ ਕਰਤੇ। ਫਿਰ ਮਹਿਸੂਸ ਕੀਤਾ ਕਿ ਚਲੋ ਟਿੱਕਰੀ ਬਾਰਡਰ ਤੋਂ ਕਾਫੀ ਉੱਥੇ ਵਧੀਆ ਕੰਮ ਹੋ ਰਿਹਾ। ਉੱਥੇ ਤੁਸੀਂ ਜਾ ਕੇ ਉਹ ਕਿ ਪੱਕਾ ਹੀ ਕੰਮ ਹੈ ਸਾਰੇ ਕਿਤੇ ਹੀ ਵਧੀਆ। ਮਤਲਬ ਸਾਡੇ 850 ਤੋਂ ਵੱਧ ਘਰ ਬਣ ਗਿਆ, ਬਾਕੀ ਜਿਹੜੇ ਬਾਂਸ ਦੇ ਉੱਤੇ ਉਹ ਲਗਣ ਲੱਗ ਗਿਆ। ਫਿਰ ਅਸੀਂ ਸੋਚਿਆ ਕਿ ਇੱਥੋਂ ਆਵਾਜ਼ ਵੱਜੀ, ਉਹ ਬਸ ਉਹ ਹੁਕਮ ਦੇ ਪਾਲਣ ਕਰਦੇ ਆ। ਉਹ ਇੱਥੇ ਆ ਕੇ ਫਿਰ ਉਹੀ ਕੰਮ ਜਿਹੜਾ ਉੱਥੇ ਆ ਇੱਥੇ ਚਲਾਉਂਦੇ ਆ। ਅੱਛਾ, ਇੱਥੇ ਕਿੰਨਾ ਕੁ ਸੈਟਅਪ ਹੋਊਗਾ ਹੁਣ? ਜੋ ਪਹਿਲਾ ਟੀਚਾ ਉਹ 100 ਘਰ ਦਾ ਵਾ। ਫਿਰ ਅੱਗੇ ਜਿੱਦਾਂ ਵੀ ਪ੍ਰਮਾਤਮਾ ਨੂੰ ਮਨਜ਼ੂਰ ਹੈ, ਜਿੱਦਾਂ ਵੀ ਲੋਕਾਂ ਨੂੰ, ਕਿਉਂਕਿ ਇੱਥੇ ਆਏ ਆ ਸੇਵਾ ਲਈ, ਇਹ ਮੌਕਾ ਸਾਨੂੰ ਮਿਲਿਆ। ਅਸੀਂ ਵਾਹਿਗੁਰੂ ਦੇ ਸ਼ੁਕਰ ਮਤਲਬ ਕਿ ਅਸੀਂ ਸ਼ੁਕਰੀਆ ਕਰਦੇ ਹਾਂ, ਕਿਉਂਕਿ ਕਦੀ ਸੋਚਿਆ ਨਹੀਂ ਕਿ ਯਾਰ ਸਾਨੂੰ ਇੰਨਾ ਵੱਡਾ ਹੀ ਕਦੀ ਮੌਕਾ ਮਿਲੂਗਾ ਸੇਵਾ ਕਰਨ ਦਾ। ਮਿਹਨਤ ਲਾਦੀ ਸਾਰੀ ਉਮਰ ਹਸਪੀਟਲਾਂ 'ਚ ਹੀ ਨਿਕਲ ਜੂਗੀ, ਸਟੰਟ ਪਾ ਦਿਓ, ਇਹ ਕਰ ਦਿਓ, ਪਰ ਕਦੀ ਇੰਨੀ ਖੁਸ਼ੀ ਮਿਲੂਗੀ, ਇੰਨੀ ਸੇਵਾ ਮਿਲੂਗੀ ਮੈਨੂੰ ਕਦੀ ਲੱਗਦਾ ਨਹੀਂ। ਪਰ ਅਸੀਂ ਬਹੁਤ ਖੁਸ਼ਕਿਸਮਤ ਹੈ, ਸਾਡੀ ਸਾਰੀ ਟੀਮ, ਮੇਰਾ ਵੀਰ, ਅਸੀਂ ਸਾਰੇ ਬਹੁਤ ਖੁਸ਼ਕਿਸਮਤ ਹੈ। ਪੂਰੀ ਟੀਮ ਵੱਲੋਂ ਅਸੀਂ ਉਹ ਜਿੰਨਾ ਵੀ ਸਾਡੇ ਜੋਸ਼ ਹੈ, ਜਿੰਨਾ ਵੀ ਸਾਡੇ ਜ਼ੋਰ ਹੈ, ਅਸੀਂ ਚਾਹੁੰਦੇ ਆਹ ਟਾਈਮ ਤੇ ਕਰ ਲਈਏ। ਕੋਈ ਕੁਛ ਨਹੀਂ ਪਤਾ ਸੰਘਰਸ਼ ਅਗਲੇ ਹਫ਼ਤੇ ਖਤਮ ਹੋ ਜਾਣਾ। ਸੋ ਆਪਣੇ ਵੱਲੋਂ ਜਿੰਨੀ ਵੀ ਲੋੜ ਹੋਊਗੀ ਅਸੀਂ ਕਰਾਂਗੇ। ਤੁਹਾਨੂੰ ਇਹ ਵੀ ਲਾਹਾ ਲੈ ਲਈਏ? ਬਹੁਤ ਜ਼ਿਆਦਾ ਜੀ, ਮੈਂ ਤੁਹਾਨੂੰ ਦੱਸ ਨਹੀਂ ਸਕਦਾ। ਮੈਂ ਇਸ ਲਈ ਜਿਹੜੇ ਦੂਰ ਬੈਠੇ ਲੋਕ ਆ ਉਹਨਾਂ ਨੂੰ ਦੱਸਣ ਦੀ ਕੋਸ਼ਿਸ਼, ਨੌਜਵਾਨਾਂ ਨੂੰ, ਬਾਈ ਵੇਖੋ ਤੁਸੀਂ ਸਾਰੀ ਉਮਰ ਪੈਸਾ ਕਮਾਉਣਾ ਜੋ, ਪੈਸੇ ਵੱਲੋਂ ਤੁਹਾਨੂੰ ਥੋੜ ਨਹੀਂ ਰਹਿਣੀ। ਪ੍ਰਮਾਤਮਾ ਤੇ ਸਿੱਖ ਕੌਮ ਤੇ ਬਹੁਤ ਮਤਲਬ ਆਪਣੇ ਦੇ ਬਹੁਤ ਵਧੀਆ ਵਾ, ਸਭ ਕੁਝ ਆਪਾਂ ਸਹੀ ਆ। ਆਹ ਜਿਹੜਾ ਮੌਕਾ ਵਾ ਬਜ਼ੁਰਗਾਂ ਨਾਲ ਖਲੋਣ ਦਾ, ਇਹ ਤੁਸੀਂ ਇਤਿਹਾਸ ਆ, ਇਹ ਤੁਸੀਂ ਆਪਣੇ ਬੱਚਿਆਂ ਨੂੰ ਦੱਸੋਗੇ ਤੇ ਤੁਹਾਡੇ ਬੱਚੇ ਅੱਗੇ ਦੱਸਣਗੇ ਯਾਰ ਮੇਰਾ ਬਾਪੂ ਉੱਥੇ ਸੀ ਜਦੋਂ ਸਾਡੇ ਬਾਪੂ ਤੜਫਦੇ ਸੀ, ਸੜਕਾਂ 'ਤੇ ਸੌਂਦੇ ਸੀ, ਕਰੋਨਾ ਦਾ ਟਾਈਮ ਹੀ ਉਹਨਾਂ ਨੇ ਪਰਵਾਹਾਂ ਨਹੀਂ ਕੀਤੀਆਂ ਤੇ ਉੱਥੇ ਪਹੁੰਚੇ। ਸੋ USA ਪੱਕੇ ਹੈਗੇ ਹੋ? ਹਾਂਜੀ ਪੱਕੇ ਆ ਜੀ, ਸਾਰਾ ਪਰਿਵਾਰ ਉੱਥੇ ਹੀ ਆ ਜੀ। 24 ਸਾਲ ਤੋਂ USA ਹੀ ਆ। ਜਿਹੜੀ ਤੁਹਾਡੀ ਸੰਸਥਾ ਹੈਗੀ ਆ, ਹੋਰ ਉਹਦੇ ਵਿੱਚ ਕੀ ਗੋਰੇ ਵੀ ਹੈਗੇ ਆ, ਕਾਲੇ ਵੀ ਹੈਗੇ ਆ, ਵੀ ਉਹ ਵੀ ਇਸ ਚੀਜ਼ ਨੂੰ ਉਸੇ ਤਰੀਕੇ ਦੇ ਨਾਲ, ਉਸੇ ਨਜ਼ਰੀਏ ਨਾਲ ਵੇਖ ਰਹੇ ਆ ਜਿੰਨਾ ਤੁਸੀਂ ਵੇਖ ਰਹੇ ਹੋ? ਹਾਂਜੀ ਜੀ, ਸਾਡੀ ਸੰਸਥਾ ਰੈਕੋਗਨਾਈਜ਼ਡ ਆ ਔਰ ਸਾਡਾ ਕੰਮ ਅਫਰੀਕਾ, ਅਮਰੀਕਾ, ਇੱਥੇ ਕਾਫੀ ਥਾਵਾਂ 'ਤੇ ਆ। ਪਰ ਅਸੀਂ ਜਦੋਂ ਆਹ ਸੰਘਰਸ਼ ਸ਼ੁਰੂ ਹੋਇਆ, ਕਿਉਂਕਿ ਅਸੀਂ ਆਪ ਸਿੱਖ ਹਾਂ, ਪੰਜਾਬੀ ਆ, ਕਿਸਾਨ ਆ, ਮੈਂ ਕਿਸਾਨ ਦਾ ਪੁੱਤ ਆ, ਹੈ ਨਾ, ਨੌਜਵਾਨ ਕਿਸਾਨਾਂ ਦੇ ਪੁੱਤ ਆ, ਅਸੀਂ ਨੌਜਵਾਨ ਕਿਸਾਨ ਆ, ਠੀਕ ਆ ਨਾ। ਸੋ ਅਸੀਂ ਆਪਣੇ ਸਾਰੇ ਕੰਮ ਰੋਕਤੇ, ਜਿੰਨੇ ਵੀ ਸਾਡੇ ਬਾਕੀ ਦੇਸ਼ਾਂ 'ਚ ਕੰਮ ਸੀ ਸਾਰੇ ਜ਼ੀਰੋ ਕਰਤੇ। ਕਿ ਜਦੋਂ ਸਾਡੀ ਕੌਮ 'ਤੇ ਯਾਰ ਆਫਤ ਆ ਗਈ, ਅਸੀਂ ਬਾਹਰਲੇ 'ਤੇ ਕਿੱਥੇ ਕਰਨੇ? ਜੇ ਘਰ ਨੂੰ ਅੱਗ ਲੱਗੀ ਹੋਵੇ ਪਹਿਲਾਂ ਘਰ ਦੀ ਅੱਗ ਬੁਝਾਈਏ, ਬਾਅਦ 'ਚੋਂ ਸਾਰੀ ਉਮਰ ਪਈ ਹੈ ਦੂਜੇ ਕੰਮ ਕਰਨ ਨੂੰ। ਸੋ ਸਾਰੇ ਸੰਸਥਾ ਨੇ ਕੰਮ ਰੋਕ ਦਿੱਤੇ ਆ। ਇਸ ਵੇਲੇ ਸਾਡਾ ਜਿਹੜਾ ਇੱਕੋ ਹੀ ਕੰਮ ਆ ਉਹ ਆ ਸਾਡੇ ਮਜ਼ਦੂਰਾਂ ਦੇ ਨਾਲ ਖਲੋਣਾ, ਇਹਨਾਂ ਦੀ ਸੇਵਾ ਕਰਨਾ ਤੇ ਜਿੱਥੇ ਸਾਡੀ ਲੋੜ ਪਵੇ ਉੱਥੇ ਖਲੋਣਾ। ਬਾਕੀ ਜਿੰਨੇ ਵੀ ਗੋਰੇ ਮੇਰੇ ਵੀਰ ਆ, ਕਾਲੇ, ਜਿੰਨੇ ਵੀ ਸਾਡੇ ਹਿਸਪੈਨਿਕ ਆ, ਜਿੰਨੇ ਵੀ ਸਾਡੀ ਸੰਸਥਾ 'ਚ ਸਹੁਰੇ ਆ, ਇਸ ਵੇਲੇ ਫੁੱਲੀ ਦਿਲੋਂ ਇਸ ਮੋਰਚੇ ਦੇ ਨਾਲ ਆ। ਔਰ ਅਸੀਂ ਕੌਣ ਹੁੰਦੇ ਆ ਯਾਰ, ਜਿੰਨੇ ਵੀ ਵਿਗਿਆਨਿਕ ਆ, ਸਾਇੰਸਦਾਨ ਆ, PhD ਸਕਾਲਰ ਆ, ਸਾਰੇ ਮੋਰਚੇ ਦੇ ਨਾਲ ਆ।
ਅੱਛਾ ਭਾਈ ਜੀ, ਮੈਨੂੰ ਹੁਣ ਨਾ ਥੋੜਾ ਜਿਹਾ ਮੈਡੀਕਲ ਦੇ ਖੇਤਰ ਦੇ ਵਿੱਚ ਅਸੀਂ ਗੱਲ ਕਰਦੇ ਹਾਂ, ਬਿਮਾਰੀਆਂ ਦੇ ਖੇਤਰ ਦੇ ਵਿੱਚ ਗੱਲ ਕਰਦੇ ਹੈਗੇ ਆ। ਕਰੋਨਾ ਦੀ ਅਸੀਂ ਗੱਲ ਕਰ ਰਹੇ ਹੈਗੇ ਆ। ਪਹਿਲਾਂ ਤਾਂ ਮੈਨੂੰ ਇਹ ਦੱਸੋ, ਤੁਸੀਂ ਹਾਰਟ ਸਪੈਸ਼ਲਿਸਟ ਹੈਗੇ ਹੋ। ਹੁਣੇ ਮੈਂ ਜਿਵੇਂ ਦੱਸਿਆ ਸੀਗਾ ਕਿ ਕਿਸਾਨ ਆ ਗਏ ਸੀਗੇ ਆਪਣੇ ਲੈ ਕੇ ਪੇਪਰ ਲੈ ਕੇ ਵੀ ਡਾਕਟਰ ਸਾਹਿਬ ਕਿੱਦਾਂ ਕਰਨਾ ਚਾਹੀਦਾ ਮੈਨੂੰ, ਕਿੱਦਾਂ ਵੇਖਦੇ ਹੋ ਵੀ ਕਿਹੜੇ ਗੱਲਾਂ ਦੀ ਸਾਨੂੰ ਧਿਆਨ ਰੱਖਣੀ ਚਾਹੀਦੀ ਹੈ, ਤੇ ਅਮਰੀਕਾ ਤੋਂ ਜਿਹੜਾ ਇੰਡੀਆ ਹੈਗਾ ਜਾਂ ਇੰਡੀਆ ਦਾ ਵਾਤਾਵਰਨ ਹੈਗਾ ਉਹਨੂੰ ਤੁਸੀਂ ਕਿੱਦਾਂ ਵੇਖਦੇ ਹੋ, ਕਿੰਨਾ ਕੁ ਅਲੱਗ ਹੈ ਤੇ ਕਿੰਨੂ ਕੁ ਤਵੱਜੋ ਦੇਣੀ ਚਾਹੀਦੀ ਹੈ ਸਾਨੂੰ? ਤੁਸੀਂ ਕਰੋਨਾ ਦੀ ਗੱਲ ਕਰ ਰਹੇ ਹੋ ਨਾ? ਕਰੋਨਾ ਦੀ ਹਾਰਟ ਡਿਜ਼ੀਜ਼ ਦੀ ਖਾਸ ਤੌਰ ਦੇ ਉੱਤੇ। ਹਾਰਟ ਡਿਜ਼ੀਜ਼ ਦੀ ਵੇਖੋ, ਸਭ ਤੋਂ ਹਾਰਟ ਡਿਜ਼ੀਜ਼ ਦਾ ਨਾ, ਜੇ ਮੈਂ ਤੁਹਾਨੂੰ ਇੱਕ ਪੁਆਇੰਟ ਦੱਸਦਾ ਕਿ ਇਹ ਪੁਆਇੰਟ ਹੈ ਜੀ, ਇਹ ਪੁਆਇੰਟ ਤੁਸੀਂ ਛੱਡਣਾ ਨਹੀਂ। ਉਹ ਆ ਕਿ ਭਾਰ ਤੁਹਾਡਾ ਘੱਟ ਤੋਂ ਘੱਟ ਹੋਵੇ, ਐਕਸਰਸਾਈਜ਼ ਵੱਧ ਤੋਂ ਵੱਧ ਕਰੋ ਕਿ ਤੁਹਾਡਾ ਭਾਰ ਵਧੀਆ ਹੋਵੇ। ਜੇ ਤੁਹਾਡਾ ਇਹ ਪ੍ਰੂਵਨ ਆ, ਇਹ ਅਸੀਂ ਕੋਈ ਵੀ ਗੱਲ ਕਰਦੇ ਫੈਕਚੁਅਲ ਗੱਲ ਕਰਦੇ ਜੋ ਰਿਸਰਚ ਵਿੱਚ ਹੋਈ ਆ, ਜਿੰਨਾ ਤੁਹਾਡਾ ਭਾਰ ਘੱਟ ਹੋਊਗਾ ਉਹਨਾਂ ਤੁਹਾਡੀ ਜ਼ਿੰਦਗੀ ਵੱਧਦੀ ਆ। ਨੰਬਰ 1 ਇਹ ਪ੍ਰੂਵ ਕਰੋ। ਹੈਲਥੀ ਡਾਈਟ ਵਿੱਚ ਜਿੱਦਾਂ ਜੇ ਤੁਸੀਂ ਆਂਡਾ ਖਾਂਦੇ ਹੋ, ਆਂਡਾ ਖਾ ਲਓ ਸਵੇਰੇ, ਮੀਟ ਖਾਂਦੇ ਹੋ, ਗੱਲ ਲੱਗ ਗਿਆ। ਮੀਟ ਆਂਡਾ ਨਹੀਂ ਖਾਂਦੇ, ਮੈਂ ਤੁਹਾਨੂੰ ਨਾਲ ਨਹੀਂ ਗੱਲ ਕਰਦਾ। ਅੱਛਾ, ਇੱਕ ਹੋਰ ਚੀਜ਼ ਦੱਸੋ, ਅਸੀਂ ਹੋਰ ਗੱਲਾਂ ਤਾਂ ਕਰਾਂਗੇ। ਅਨਕੌਂਸ਼ੀਅਸਲੀ ਵੀ ਕੋਈ ਅਸਰ ਪੈਂਦਾ, ਵੀ ਜਿਹੜੇ ਵਿਚਾਰ ਹੁੰਦੇ ਆ ਉਹਨਾਂ ਦਾ ਵੀ ਅਸਰ ਪੈਂਦਾ ਹਾਰਟ ਦੇ ਉੱਤੇ? ਮੰਨ ਲਓ ਕਿ ਕਈ ਵਾਰ ਅਸੀਂ ਵੇਖਦੇ ਹੈਗੇ ਜਦੋਂ ਅਸੀਂ ਛੋਟੇ ਹੁੰਦੇ ਸੀ ਨਾ, ਮੰਨ ਲਓ ਕਿ ਕੱਲ ਪੇਪਰ ਹੈਗਾ, ਤਿਆਰੀ ਨਹੀਂ ਹੈਗੀ, ਬੁਖਾਰ ਚੜ ਜਾਂਦਾ ਸੀਗਾ ਨਿਆਣਿਆਂ ਨੂੰ। ਸੋ ਇਹੋ ਜਿਹੀਆਂ ਗੱਲਾਂ ਵੀ ਨਾ ਤਾਂ ਉਹਨੇ ਕੁਝ ਖਾਦਾ ਗਲਤ ਮਲਤ, ਨਾ ਕੋਈ ਉਹ ਗਲਤ ਹਵਾ 'ਚ ਗਿਆ ਹੈਗਾ, ਪਰ ਇੱਕ ਸੋਚ, ਦਿਮਾਗੀ ਸੋਚ ਦੇ ਕਾਰਨ ਵੀ ਬੁਖਾਰ ਚੜ ਜਾਂਦਾ ਹੈ, ਹਾਰਟ ਪ੍ਰੋਬਲਮ ਇਹੋ ਜਿਹਾ ਵੀ ਹੁੰਦਾ ਹੈਗਾ। ਇਹ ਪ੍ਰੂਵਨ ਹੈ ਜੀ, ਤੁਹਾਡੀ ਗੱਲ ਫੈਕਚੁਅਲ ਹੈ ਕਿ ਜਦੋਂ ਆਪਾਂ ਨੂੰ ਕੋਈ ਵੀ ਸਟ੍ਰੈਸ ਹੁੰਦਾ, ਆਪਣਾ ਇਮਿਊਨ ਸਿਸਟਮ ਡਾਊਨ ਹੋ ਜਾਂਦਾ, ਆਪਣੇ CD4 ਕਾਊਂਟ ਜਿਹੜਾ ਡਾਊਨ ਹੋ ਜਾਂਦਾ, ਜਿਹੜਾ ਤੁਹਾਡੀ ਇਮਿਊਨਿਟੀ ਡਾਊਨ ਹੋ ਜਾਂਦੀ ਆ, ਤੁਹਾਨੂੰ ਇਨਫੈਕਸ਼ਨ ਦੇ ਚਾਂਸ ਵੀ ਵੱਧ ਜਾਂਦੇ ਆ, ਤੁਹਾਡਾ ਸਿੰਪੈਥੈਟਿਕ ਰਿਸਪੌਂਸ ਜਿਹੜਾ ਵਾ ਉਹ ਵੀ ਸਰੀਰ ਦਾ ਵੱਧ ਜਾਂਦਾ। ਸੋ ਇਹ ਤੁਹਾਡੀ ਫੈਕਚੁਅਲ ਆ। ਜਿਹੜੀ ਸਾਡੀ ਬਹੁਤ ਜ਼ਿਆਦਾ ਹਾਰਟ ਡਿਜ਼ੀਜ਼ ਵਧਿਆ, ਇਹ ਧਰਨੇ ਵਿੱਚ ਜਿਹੜੇ ਛੋਟੇ ਉਮਰ ਦੇ ਮੁੰਡੇ ਮਰੇ ਆ, ਉਹ ਇਸੇ ਕਰਕੇ ਮਰੇ ਕਿਉਂਕਿ ਸਿੰਪੈਥੈਟਿਕ ਰਿਸਪੌਂਸ ਤੁਹਾਡਾ ਵਧਿਆ, ਹਾਰਟ ਰੇਟ ਵਧੀ, ਤੁਸੀਂ ਚੱਲ ਨਹੀਂ ਸਕੇ ਤੇ ਤੁਹਾਡੀ ਮੌਤ ਹੋ ਗਈ। ਬਾਕੀ ਮੈਂ ਡਾਈਟ ਤੇ ਚੱਲ ਜਾ, ਮੈਂ ਗੱਲ ਤੁਸੀਂ ਮੇਰੇ ਵਿੱਚ ਰੋਕਤੀ, ਬੜੀ ਜ਼ਰੂਰੀ ਆ। ਜੇ ਤੁਸੀਂ ਖਾਂਦੇ ਹੋ, ਤੁਸੀਂ ਖਾ ਸਕਦੇ ਹੋ ਬੇਸ਼ੱਕ। ਜਿਹੜੇ ਮੇਰੇ ਵੀਰ, ਕਿਉਂਕਿ ਪੰਜਾਬ ਦੇ ਵਿੱਚ ਕਈ ਲੋਕ ਨਹੀਂ ਖਾਂਦੇ, ਉਹਨਾਂ ਲਈ ਬ੍ਰੈਕਫਾਸਟ ਓਟ ਮੀਲ ਦਾ, ਸਵੇਰੇ ਓਟ ਮੀਲ ਜਿਹੜਾ ਆਪਣਾ ਦਲੀਆ ਜਿਹਨੂੰ ਕਹਿੰਦੇ, ਸਵੇਰੇ ਦਲੀਆ 2 ਜਾਂ 3 ਦਿਨ ਕਰੋ। ਜਿਹੜੇ ਪਰੌਂਠੇ ਆ ਉਹ ਘੱਟ ਕਰੋ। 5 ਵਾਰੀ ਦਿਨ 'ਚ ਜ਼ਰੂਰ ਫਲ ਜਾਂ ਫਰੂਟ ਖਾਣਾ, 5 ਵਾਰੀ, 5 ਸਰਵਿੰਗਸ ਜਿਹਨੂੰ ਕਹਿ ਦਿੰਦੇ ਆ, ਇਹ ਚੀਜ਼ਾਂ ਜ਼ਰੂਰ ਕਰਿਓ। ਬਾਕੀ ਅੱਗੇ ਦੀ ਭਾਰ ਘਟਾਓ, ਐਕਸਰਸਾਈਜ਼ ਕਰੋ, ਫਲ ਫਰੂਟ ਜ਼ਿਆਦਾ ਕਰੋ, ਛੋਲੇ ਖਾ ਸਕਦੇ ਹੋ, ਭੁੱਜੇ ਛੋਲੇ, ਤੇ ਸਵੇਰੇ ਦਲੀਆ ਜ਼ਰੂਰ ਖਾਣਾ। ਅੱਛਾ ਭਾਈ ਜੀ, ਚਾਹ ਦਾ ਕੀ ਕਰੀਏ? ਚਾਹ ਕਈ ਡਾਕਟਰ ਦੱਸਦੇ ਆ ਕਿ ਪੀਣੀ ਨਹੀਂ ਚਾਹੀਦੀ। ਕਈ ਜਿਹੜੇ ਸਾਡੇ ਬੰਦੇ ਹੈਗੇ ਆ, ਉਹਨਾਂ ਨੂੰ ਇੰਨੀ ਲੱਗੀ ਹੁੰਦੀ ਹੈ ਨਾ ਇਹ ਚੀਜ਼, ਵੀ ਚਾਹ ਦਾ ਤਾਂ ਕਹਿੰਦੇ ਚਾਹ ਇਹ ਬਹੁਤ ਹੁੰਦਾ ਬੰਦੇ ਨੂੰ, 5-5 ਮਿੰਟ ਬਾਅਦ, ਜਿੱਦਾਂ ਹੁਣ ਚਾਹ ਪੀ ਕੇ ਹਟੇ ਫਿਰ ਕਹਿੰਦੇ 15 ਮਿੰਟ ਬਾਅਦ ਯਾਰ ਚਾਹ ਕਰ ਲਓ ਯਾਰ। ਸਾਨੂੰ ਆਪ ਲੱਗੀ, ਹੁਣ ਮੈਂ ਤੈਨੂੰ ਕੀ ਕਹਾਂ। ਉਹ ਸਾਧੂ ਦੀ ਸਟੋਰੀ ਨਹੀਂ ਸੁਣੀ, ਆਉਂਦਾ ਪਤਾ ਨਹੀਂ ਕੋਈ ਖੰਡ ਰੁਕਣੀ ਹੁੰਦੀ, ਉਹ ਆਉਂਦਾ 1 ਹਫ਼ਤੇ ਬਾਅਦ ਆਇਓ, ਪਹਿਲਾਂ ਮੈਂ ਆਪਣੀ ਖੰਡ ਰੋਕਦਾ, ਫਿਰ ਮੈਂ ਤੈਨੂੰ ਗੱਲ। ਹੁਣ ਮੇਰਾ ਵੀ ਉਹੀ ਹਾਲ ਆ, ਇੱਥੇ ਆ ਕੇ ਮੇਰੇ ਵੀ ਚਾਹ ਲੱਗ ਗਈ। ਹੁਣ ਆ ਬਾਈ ਹੁਣੇ ਚਾਹ ਧਰ ਕੇ ਆਇਆ ਉੱਥੇ ਕਿ ਚਾਹ ਪੀਣੀ ਆਪਾਂ। ਹੁਣ ਮੈਂ ਪਰ ਸੀਰੀਅਸ ਨੋਟ ਤੇ, ਅੱਛਾ, ਆਲਟਰਨੇਟ ਦਾ ਨਹੀਂ, ਮੈਂ ਸੀਰੀਅਸ ਨੋਟ ਤੇ ਦੱਸਦਾ। ਸੀਰੀਅਸ ਨੋਟ ਤੇ ਜਿਹੜੀ ਆਪਣੇ ਇੱਥੇ ਗੈਸ ਬਣਦੀ, ਲੋਕਾਂ ਨੂੰ ਸਾੜ ਪੈਂਦਾ, ਇਹ ਨਿਰੀ ਕੈਂਸਰ ਆ। ਇਹ ਕੱਲ ਕੈਂਸਰ ਬਣਨੀ ਆ, ਤੇ ਵੇਕ ਅਪ ਕਰੋ, ਜਾਗੋ। ਨਰਨੇ ਕਾਲ 'ਚ ਚਾਹ ਨਹੀਂ ਪੀਣੀ। ਸਵੇਰੇ ਉੱਠ ਕੇ ਪਹਿਲਾਂ ਖਾਓ, ਪਹਿਲਾਂ ਸਵੇਰੇ ਉੱਠ ਕੇ ਪਾਣੀ ਪੀਓ 2 ਗਲਾਸ, ਸਾਰਾ ਜਿਹੜਾ ਤੁਹਾਡਾ ਸਿਸਟਮ ਇੱਕ ਵਾਰੀ ਫਲੱਸ਼ ਹੋ ਜੇ, ਫਿਰ ਕੁਝ ਖਾਓ, ਫਿਰ ਜਾ ਕੇ ਚਾਹ ਪੀਣੀ ਹੈ। ਟਰਾਈ ਕਰੋ ਦਿਨ 'ਚ 2 ਵਾਰੀ ਚਾਹ ਪੀਣ ਦੀ, ਬਸ। ਕਦੀ ਵੀ ਚਾਹ ਪੀ ਕੇ ਲੰਮੇ ਨਹੀਂ ਪੈਣਾ ਉਸ ਵੇਲੇ, ਐਟਲੀਸਟ 60 ਮਿੰਟ 90 ਮਿੰਟ ਦਿਓ, ਫਿਰ ਲੰਮੇ ਪੈਣਾ। ਇਹੋ ਜਿਹੀਆਂ ਚੀਜ਼ਾਂ ਜ਼ਰੂਰ ਕਰੋ ਕਿ 2 ਕੱਪ ਜੇ ਦਿਨ ਦੇ ਪੀਓਗੇ ਤੇ ਮਾੜੇ ਨਹੀਂ। ਬਾਕੀ ਜਿੱਦਾਂ ਆਪਾਂ ਪੰਜਾਬੀ ਚਾਹ ਬਣਾਉਂਦੇ ਨਾ, ਆਪਾਂ ਗਲਤ ਬਣਾਉਣ ਲੱਗ ਪਏ ਆ। ਅਸਲੀ ਚਾਹ ਜਿਹੜੀ ਬ੍ਰਿਟਿਸ਼ ਟੀ ਆ ਜਾਂ ਜਿਹੜੀ ਕੇਰਲਾ 'ਚ ਬਣਦੀ ਆ, ਉਹ ਕਿੱਦਾਂ ਬਣਦੀ ਆ, ਉਹ ਤਰੀਕਾ ਸਿੱਖੋ। ਪਾਣੀ ਗਰਮ ਕਰੋ, ਉਹ 'ਚੋਂ ਤੱਤ ਸੁੱਟ ਦਿਓ ਸਾਰੇ, ਇਲਾਚੀ ਜਿਹੜੇ ਜੋ ਵੀ ਆਪਾਂ ਜਵੈਣ ਸੌਂਫ ਪਾਉਂਦੇ ਹੋ। 5 ਮਿੰਟ ਬਾਅਦ ਉਹ ਜਿਹੜਾ ਨਾ ਗੈਸ ਬੰਦ ਕਰ ਦਿਓ, ਉਹ ਤੋਂ ਢੱਕਣ ਚੁੱਕ ਕੇ ਉਦੋਂ ਪੱਤੀ ਪਾਉਣੀ ਆ, ਉਦੋਂ ਫਿਰ ਗੈਸ ਨਹੀਂ ਔਨ ਕਰਨਾ। ਦੁੱਧ ਅਲੱਗ ਗਰਮ ਕਰਨਾ, ਆਪਣੇ ਕੱਪ ਵਿੱਚ ਪਾਓ, ਚਾਹ ਪਾ ਕੇ ਨਾਲ ਫਿਰ ਗਰਮ ਦੁੱਧ ਐਡ ਕਰ ਦਿਓ, ਚਮਚਾ 2 ਚਮਚੇ। ਉਹ ਹੁੰਦੀ ਅਸਲੀ ਚਾਹ, ਜਿਹਦੇ ਬਹੁਤ ਜ਼ਿਆਦਾ ਫਾਇਦੇ ਹੁੰਦੇ ਆ। ਐਂਟੀਆਕਸੀਡੈਂਟ ਆ, ਐਂਟੀ ਕੈਂਸਰ ਨੂੰ ਵੀ ਮਤਲਬ ਕਿ ਲੇਟ ਕਰਦੀ ਆ। ਪਰ ਉਹ ਚੀਜ਼ ਤਾਂ ਆਪਾਂ ਰਹਿ ਨਹੀਂ ਦੇ, ਜਿੱਦਾਂ ਆਪਾਂ ਬਾਲੇ ਦਵਾ ਕੇ ਖੋਆ ਬਣਾਉਂਦੇ ਜਿਹਨੂੰ ਕਹਿੰਦੇ ਆ, ਆਪਾਂ ਤਾਂ ਨਿਰਾ ਜ਼ਹਿਰ ਪੀਂਦੇ ਆ। ਸੋ ਸਹੀ ਚਾਹ ਪੀਓ ਜੇ ਪੀ ਸਕਦੇ ਹੋ, ਕਿਉਂਕਿ ਲੋਕਾਂ ਨੂੰ ਕਈ ਵਾਰੀ ਸਵਾਦ ਨਹੀਂ ਲੱਗਣੀ। ਸਹੀ ਚਾਹ ਪੀਓ 2 ਵਾਰੀ। ਨਰਨੇ ਕਾਲ 'ਚ ਕਦੀ ਨਾ ਪੀਓ, ਚਾਹ ਪੀ ਕੇ ਕਦੀ ਵੀ ਲੰਮੇ ਨਾ ਪਾਓ, ਚਾਹ ਪੀ ਕੇ ਕਦੀ ਗੱਡੀ ਨਾ ਚਲਾਓ, ਕਿਉਂਕਿ ਇੱਥੇ ਨਾ ਤੁਹਾਡੇ ਇੱਥੇ ਝੋਕੇ ਬਹੁਤ ਆ। ਜਦੋਂ ਆਪਾਂ ਚਾਹ ਪੀ ਕੇ ਗੱਡੀ ਚਲਾਉਂਦੇ ਆ, ਚਾਹ ਫਿਰ ਤੁਹਾਡੀ ਇੱਦਾਂ ਆਉਂਦੀ ਉੱਪਰ, ਇੱਥੇ ਤੁਹਾਡੇ ਨਾ ਇੱਕ ਐਸੋਫੇਗਸ ਹੁੰਦੀ, ਸਟਮਕ ਹੁੰਦੀ, ਵਿੱਚ ਇੱਕ ਸਫਿੰਕਟਰ ਜਿਹਨੂੰ ਕਹਿੰਦੇ, ਇੱਕ ਬਲੌਕ ਹੁੰਦਾ। ਜਦੋਂ ਆਪਾਂ ਚਾਹ ਪੀ ਕੇ ਗੱਡੀ ਚਲਾਉਣੀ, ਉਹ ਬਲੌਕ ਦੇ ਵਿੱਚੋਂ ਚਾਹ ਉੱਪਰ ਥੱਲੇ ਆਉਂਦੀ ਹੈ, ਤੇ ਐਸਿਡ ਤੁਹਾਡਾ
ਐਸਾਫੇਗਸ ਵਿੱਚ ਉੱਪਰਲੀ ਪਾਈਪ 'ਚ ਆ ਜਾਂਦਾ, ਫੂਡ ਪਾਈਪ 'ਚ, ਉਹਦੇ ਨਾਲ ਕੈਂਸਰ ਹੋਣ ਦੇ ਚਾਂਸ ਵੱਧ ਜਾਂਦੇ ਆ। ਕੀ ਬਾਤ ਹੈ, ਤਾਂ ਇਹ ਗੱਲਾਂ ਤਾਂ ਬਿਲਕੁਲ ਵਾਕਈ ਬਿਲਕੁਲ ਲੁਕੀਆਂ ਹੋਈਆਂ ਸੀਗੀਆਂ। ਭਾਈ ਜੀ ਫਿਰ ਜਿਹੜਾ ਕਰੋਨਾ ਹੈਗਾ ਹੁਣ, ਅੱਛਾ ਮੈਨੂੰ ਇਹ ਚੀਜ਼ ਤੁਸੀਂ ਜ਼ਰੂਰ ਦੱਸੋ, ਤੁਸੀਂ ਚਾਹ ਦੀ ਜ਼ਿਕਰ ਕੀਤਾ ਹੁਣ, ਚਾਹ ਦਾ ਕਹਿੰਦੇ ਵੀ ਸਾਨੂੰ ਕਿਸ ਤਰੀਕੇ ਨਾਲ ਬਣਾਉਣੀ ਚਾਹੀਦੀ ਹੈ, ਵੀ ਦੁੱਧ ਅਲੱਗ ਕੀਤਾ, ਅਸੀਂ ਚਾਹ ਅਲੱਗ ਕੀਤੀ ਹੈਗੀ ਆ। ਅੱਜ ਕੱਲ੍ਹ ਨਾ ਬਾਈ ਲੋਕੀ ਨਾ ਹਰ ਚੀਜ਼ ਤੇਜ਼ ਭਾਲਦੇ ਵੀ ਸਾਨੂੰ ਇੱਕਦਮ ਮਿਲ ਜਾਵੇ ਕੁਇਕਲੀ, ਤੇ ਤੁਹਾਡਾ ਜਿਹੜਾ ਜੇ ਅਮਰੀਕਾ ਦੀ ਗੱਲ ਕਰਾਂ ਉੱਥੇ ਵੀ ਜਿੱਦਾਂ ਫਾਸਟ ਫੂਡ ਦਾ ਉੱਥੋਂ ਹੀ ਆਇਆ ਹੈਗਾ ਨਾ। ਅੱਛਾ ਉੱਥੇ ਰਹਿਣ ਸਹਿਣ ਦਾ ਤੁਸੀਂ ਕਿੱਦਾਂ ਵੇਖਦੇ ਹੋ, ਜੇ ਪੰਜਾਬੀ ਬੰਦਾ ਉੱਥੇ ਜਾਂਦਾ ਹੈਗਾ, ਤੁਸੀਂ ਗਏ ਸੀਗੇ ਉੱਥੇ, ਤੁਹਾਨੂੰ ਕਿੰਨੀ ਕੁ ਪ੍ਰੋਬਲਮ ਆਈ? ਤੁਸੀਂ ਮਾਝੇ ਦੇ ਹੈਗੇ ਹੋ, ਮਾਝੇ ਦਾ ਤਾਂ ਵੈਸੇ ਹੀ ਕਹਿੰਦੇ ਕਿ ਦਿੱਲੀ ਦੇ ਦੁੱਧ ਵਰਗਾ ਸਾਡੇ ਅੰਮ੍ਰਿਤਸਰ ਦਾ ਪਾਣੀ ਹੈ ਜੀ, ਤੇ ਤੁਹਾਨੂੰ ਕਿੱਦਾਂ ਕੁ ਪ੍ਰੋਬਲਮ ਆਈ ਸੀਗੀਆਂ ਜਦੋਂ ਬਾਹਰ ਗਏ? ਮੈਂ ਬਾਪੂ ਨੂੰ ਰੋਜ਼ ਹੀ ਪੁੱਛਦਾ ਹੁੰਦਾ ਹਾਂ, ਬਾਪੂ ਕੀ ਕੀਤਾ ਯਾਰ, ਚੰਗੀ ਭਲੀ ਜ਼ਿੰਦਗੀ ਸੀ, ਅਸੀਂ ਤੇ ਬਹੁਤ ਵਧੀਆ ਰਹਿੰਦੇ ਹਾਂ। ਤੇ ਮੇਰੇ ਪਾਪਾ ਹੈਗੇ ਵੀ ਥੋੜੇ ਸਟ੍ਰਿਕਟ ਟਾਈਪ ਆ, 1 ਵੀ ਰੁਪਿਆ ਨਹੀਂ ਇੱਥੋਂ ਲੈ ਕੇ ਗਏ, ਕਿਉਂਕਿ ਆਂਦੇ ਜੱਟ ਜ਼ਮੀਨ ਨਹੀਂ ਵੇਚਦਾ, ਜ਼ਮੀਨ ਦਾ ਤੇ ਹੁਣ ਰੌਲਾ ਵਾ ਕਿ ਅਸੀਂ ਜ਼ਮੀਨ ਨਹੀਂ ਆਪਣੀ ਖੋਣੀ ਹਨਾ। ਸੋ ਉੱਦਾਂ ਹੀ ਚੱਲ ਗਏ, ਇੱਥੇ ਚੰਗੀ ਭਲੀ ਜ਼ਿੰਦਗੀ ਸੀ, ਸਾਰਾ ਕੁਝ ਛੱਡ ਗਿਆ। ਫਿਰ ਬਾਪੂ ਜੀ ਦੱਸਦੇ ਹੁੰਦੇ, ਪੁੱਤ ਮੈਂ ਇਸ ਲਈ ਆਇਆ, ਤੇਰੇ ਬਾਬੇ ਨੇ ਮੈਨੂੰ ਕਿਹਾ ਸੀ ਕਿ ਪੁੱਤਾਂ ਨੂੰ ਪੜ੍ਹਾਈ ਜ਼ਰੂਰ, ਭਾਵੇਂ ਜ਼ਮੀਨ ਵੀ ਵਿਕ ਜੇ, ਤੇਰੇ ਪੁੱਤ ਪੜ੍ਹੇ ਹੋਣੇ ਚਾਹੀਦੇ ਆ। ਤੇ ਉੱਥੇ ਪੁੱਤ ਆਪਣੀ ਇਸ ਵੇਲੇ ਪੜ੍ਹਾਈ ਜਿਹੜੀ ਆ, ਆਪਣੀ ਪਹਿਲੀ ਗੱਲ ਤੇ ਮਜ਼ਦੂਰ ਨੂੰ ਉਹਦੀ ਜਿਹੜੀ ਉਹਦੀ ਕਮਾਈ ਉਹ ਨਹੀਂ ਮਿਲਦੀ, ਜਿਹੜੇ ਉਹਨੂੰ ਮਿਲਣਾ ਚਾਹੀਦਾ ਉਹਦੀ ਫਸਲ ਚੋਂ ਰੇਟ, ਉਹ ਨਹੀਂ ਮਿਲਦਾ। ਤੇ ਦੂਜੀ ਗੱਲ ਪੁੱਤ ਉੱਥੇ ਪੜ੍ਹਾਈ ਜਿਹੜੀ ਸਿਫਾਰਸ਼ੀ ਹੋ ਗਈ ਆ, ਇਸ ਲਈ ਮੈਂ ਤੈਨੂੰ ਕੱਢ ਕੇ ਅਮਰੀਕਾ ਜਾ ਕੇ ਚੱਲਿਆ ਕਿ ਤੂੰ ਚੰਗੀ ਪੜ੍ਹਾਈ ਤੈਨੂੰ ਮਿਲ ਸਕੇ। ਤੇ ਪਰ ਇਹ ਉਹਨਾਂ ਨੇ ਮੈਨੂੰ ਸਦਾ ਯਾਦ ਕਰਾਇਆ ਕਿ ਪੁੱਤ ਵਾਪਸ ਜ਼ਰੂਰ ਜਾਣਾ ਹੈ, ਜਦੋਂ ਤੇਰਾ ਮੁਲਕ ਤੈਨੂੰ ਆਵਾਜ਼ ਮਾਰੇ ਉਦੋਂ ਵਾਪਸ ਇਹ ਨਾ ਹੋਵੇ ਤੂੰ ਪੈਸੇ ਦਾ ਪੁੱਤ ਬਣ ਜੇ, ਤੂੰ ਮੇਰਾ ਪੁੱਤ ਰਹਿਣਾ, ਵਾਪਸ ਜ਼ਰੂਰ ਜਾਣਾ। ਕਿਉਂਕਿ ਮੇਰੇ ਗ੍ਰੇਟ ਗ੍ਰੈਂਡਫਾਦਰ ਨੇ ਵੀ ਬਹੁਤ ਮਿਹਨਤ ਕੀਤੀ ਚਾਈਨਾ ਜਾ ਕੇ, ਜਿਹੜੀ ਸਾਡੀ ਜਿੰਨੀ ਵੀ ਜ਼ਮੀਨ ਅਸੀਂ ਖਰੀਦੀ ਉਹ ਮੇਰੇ ਗ੍ਰੇਟ ਗ੍ਰੈਂਡਫਾਦਰ ਨੇ ਖਰੀਦੀ ਸੀ ਉਦੋਂ। ਸੋ ਐਨੀਵੇ ਇਸੇ ਲਈ ਅਸੀਂ ਦੂਜੇ ਮੁਲਕ ਗਏ। ਦੂਜੇ ਦਿਨ ਤੋਂ ਮੈਂ ਉੱਥੇ ਪੈਟਰੋਲ ਪੰਪ ਤੇ ਕੰਮ ਕਰਨ ਲੱਗ ਪਿਆ। ਅਸੀਂ ਮਤਲਬ 18 ਕਿੰਨੀ ਉਮਰ ਚ ਗਏ ਸੀ? ਮੇਰੀ 10 ਸਾਲ ਦੀ ਉਮਰ, 24 ਸਾਲ ਪਹਿਲਾਂ ਗਿਆ, ਮੇਰੀ 10 ਸਾਲ ਦੀ ਉਮਰ ਸੀ। ਦੂਜੇ ਦਿਨ ਮੈਂ ਨਾਲ ਆਪਣੇ ਫਾਦਰ ਸਾਹਿਬ ਦੇ ਪੈਟਰੋਲ ਪੰਪ ਤੇ ਕੰਮ ਕਰਨ ਲੱਗ ਪਿਆ, ਨਾਲ ਪੜ੍ਹਨਾ, ਨਾਲ ਕਮਾਈਆਂ ਕੀਤੀਆਂ, ਫਿਰ ਡਾਕਟਰੀ ਵੀ ਕੀਤੀ, ਕਿਉਂਕਿ ਸਾਡੇ ਬਾਪੂ ਜੀ ਦਾ ਕਹਿਣਾ ਸੀ ਬਾਕੀ ਸਭ ਕੁਝ ਹੋ ਜਾਊਗਾ, ਮਿਹਨਤ ਵੀ ਮੈਂ ਕਰ ਲੂੰਗਾ ਪਰ ਪੜ੍ਹਾਈ, ਪਰ ਉਹ ਚਲੋ ਸਾਡੇ ਪੰਜਾਬੀਆਂ 'ਚ ਹੁੰਦੀ ਆਪਣੇ ਬਾਪੂ ਨੂੰ ਕੰਮ ਨਹੀਂ ਕਰਨ ਦੇਣਾ। ਆਪਾਂ ਜਿੱਥੇ ਤੱਕ ਅਸੀਂ ਕਰ ਸਕਦੇ ਅਸੀਂ ਵੀ ਕੀਤਾ। ਸਾਡੇ ਫਾਦਰ ਸਾਹਿਬ ਨੇ ਵੀ ਬਹੁਤ ਮਿਹਨਤ ਕੀਤੀ, ਚਾਚਿਆਂ ਨੇ ਵੀ ਬਹੁਤ ਮਿਹਨਤ ਕੀਤੀ, ਪਰ ਉਹ ਗ੍ਰੈਂਡਫਾਦਰ ਦੀ ਸੋਚ ਤੇ ਅਸੀਂ ਪਹਿਰਾ ਦਿੱਤਾ ਕਿ ਪੜ੍ਹਾਈ ਜ਼ਰੂਰ ਰੱਖੀ। ਉਸੇ ਪੜ੍ਹਾਈ ਕਰਕੇ ਅੱਜ ਤੁਹਾਡੇ ਫਿਰ ਆ ਗਏ ਆ। ਤੇ ਜਿੱਥੇ ਤੱਕ ਗੱਲ ਕਰਦੇ ਆ ਕਿ ਅਮਰੀਕਾ ਉੱਥੇ ਫਾਸਟ ਲਾਈਫ ਆ, ਕਿਉਂਕਿ ਉਹ ਮਸ਼ੀਨੀ ਲਾਈਫ ਆ, ਉਹ ਮਸ਼ੀਨ ਉੱਥੇ ਬੰਦਾ ਨਹੀਂ ਸਮਝਦੇ, ਉੱਥੇ ਬੰਦਾ ਮਸ਼ੀਨ ਆ। ਜਿੱਦਣ ਉਹ ਮਸ਼ੀਨ ਚੱਲਦੀ ਆ ਉਦੋਂ ਸਾਰੇ ਉਹਨੂੰ ਸਲਾਮ ਕਰਦੇ ਆ, ਜਿੱਦਣ ਉਹ ਮਸ਼ੀਨ ਰੁਕ ਜਾਂਦੀ ਆ ਉਦੋਂ ਮਸ਼ੀਨ ਖਤਮ ਹੋ ਜਾਂਦੀ ਆ, ਉਦੋਂ ਕੋਈ ਨਹੀਂ ਪੁੱਛਦਾ। ਅਸੀਂ ਉਹ ਕੰਮ ਇੱਥੇ ਨਹੀਂ ਕਰਨਾ। ਇੱਥੇ ਮਸ਼ੀਨਾਂ ਨੂੰ ਰਿਸਪੈਕਟ ਨਹੀਂ, ਇੱਥੇ ਇਨਸਾਨ ਨੂੰ ਰਿਸਪੈਕਟ ਦਿੱਤੀ ਜਾਂਦੀ ਆ। ਅਸੀਂ ਅਮਰੀਕਨ ਨਹੀਂ ਬਣਨਾ, ਆਪਣਾ ਕਲਚਰ ਨਾ ਭੁੱਲੋ। ਅਸੀਂ ਅਮਰੀਕਾ ਤੋਂ ਬਹੁਤ ਤਾਂ ਆ, ਜਿੱਦਾਂ ਆਪਣੇ ਬਾਬੇ ਬਜ਼ੁਰਗਾਂ ਦੇ ਵਿੱਚ ਬਹਿੰਦੇ ਆ, ਉਹਨਾਂ ਦਾ ਦਰਦ ਮਾਣਦੇ ਆ। ਪੈਸਾ ਸਾਰੀ ਉਮਰ ਆ ਜਾਊਗਾ, ਇਹ ਚੀਜ਼ ਨਹੀਂ ਲੱਭਣੀ, ਤੁਹਾਡੇ ਬਜ਼ੁਰਗ ਨਹੀਂ ਤੁਹਾਨੂੰ ਲੱਭਣੇ। ਇਸ ਲਈ ਮੈਂ ਆਵਾਜ਼ਾਂ ਮਾਰਦਾ, ਜਿੰਨੇ ਮੇਰੇ ਵੀਰ ਬਾਹਰ ਬੈਠੇ ਇੱਥੇ ਆ ਜਾਓ, ਇੱਥੇ ਆ ਕੇ ਸੇਵਾ ਦਾ ਟਾਈਮ ਹੈ, ਸੇਵਾ ਕਰੋ। ਅਮਰੀਕਾ ਸਾਡੇ ਤੋਂ ਉੱਪਰ ਨਹੀਂ, ਪਰ ਇਹ ਆ ਮੈਂ ਅਮਰੀਕਾ ਨੂੰ ਸਲਾਮ ਕਰਦਾ। ਅਮਰੀਕਾ ਤੁਹਾਨੂੰ ਬਹੁਤ ਕੁਝ ਦਿੰਦਾ, ਤੁਹਾਨੂੰ ਗੁੱਡ ਐਜੂਕੇਸ਼ਨ ਦਿੰਦਾ, ਸਾਰਿਆਂ ਨੂੰ ਹੈਲਥ ਕੇਅਰ ਦਿੰਦਾ, ਸਾਰਿਆਂ ਨੂੰ ਉਹ ਜੇ ਕੋਈ ਬਿਮਾਰ ਹੋ ਜਾਏ ਉਹਨੂੰ ਪੂਰੀ ਫੈਸਿਲਿਟੀ ਦਿੰਦਾ। ਉੱਥੇ ਜਾਤ ਪਾਤ ਨਹੀਂ ਵੇਂਦੇ, ਹਰ ਇੱਕ ਨੂੰ ਮਿਲਦੀ ਚੀਜ਼। ਉਹੋ ਹੀ ਚੀਜ਼ ਅਸੀਂ ਇੱਥੇ ਚਾਹੁੰਦੇ ਆ ਇੱਥੇ ਲਾਗੂ ਹੋਵੇ, ਕਿ ਸਾਨੂੰ ਬਾਹਰ ਕੋ ਜਾਣਾ ਪਵੇ। ਯਾਰ ਡਾਕਟਰ ਉੱਥੇ ਸਾਡੇ ਜਾਂਦੇ ਆ, ਹਸਪੀਟਲ ਸਾਡੇ ਨਾਵਾਂ ਤੇ ਕੰਮ ਕਰਦੇ ਆ, ਨਾਸਾ ਦੇ ਵਿੱਚ ਸਾਰੇ ਇੰਡੀਅਨ ਬੈਠੇ ਆ, ਜਿੰਨੀਆਂ ਉੱਥੇ ਵੱਡੇ ਫੈਸਿਲਿਟੀਆਂ ਵਾ ਦੁਨੀਆ ਵਿੱਚ ਉੱਥੇ ਸਾਰੇ ਇੰਡੀਅਨ ਆ। ਤੇ ਸਾਨੂੰ ਕਿਉਂ ਉੱਥੇ ਜਾਣਾ ਪਵੇ? ਕਿਉਂ ਨਾ ਆਪਾਂ ਨਾਸਾ ਹੀ ਇੱਥੇ ਲੈ ਆਈਏ, ਕਿਉਂ ਨਾ ਆਪਾਂ ਵੱਡੇ ਹਸਪੀਟਲ ਇੱਥੇ ਲੈ ਆਈਏ, ਵੱਡੇ ਸਕੂਲ ਇੱਥੇ ਲੈ ਆਈਏ, ਰਿਸਰਚ ਸੈਂਟਰ ਇੱਥੇ ਲੈ ਆਈਏ। ਸਾਡੇ ਲੋਕਾਂ ਨੂੰ ਉੱਥੇ ਨਾ ਜਾਣਾ ਪਵੇ। ਯਾਰ ਕਰਤਾਰ ਸਿੰਘ ਸਰਾਭੇ ਹੋਣਾ ਦੀ ਇਹੋ ਤਾਂ ਲੜਾਈ ਸੀ, ਉਹ ਇਸੇ ਕਰਕੇ ਤਾਂ ਇੱਥੇ ਆਈ ਕਿ ਸਾਡੇ ਬੱਚਿਆਂ ਨੂੰ ਵਾਪਸ ਨਾ ਜਾਣਾ ਪਵੇ, ਤੇ ਸਾਨੂੰ ਫਿਰ ਉੱਥੇ ਜਾਣਾ ਪੈ ਗਿਆ ਕਿਉਂਕਿ ਸਾਡੇ ਲੀਡਰ ਗਦਾਰ ਹੋ ਗਏ। ਗੱਲ ਇਹੋ ਹੀ ਆ। ਬਿਲਕੁਲ ਜੀ। ਅੱਛਾ ਬਾਈ ਜੀ, ਇੱਕ ਤਾਂ ਪਹਿਲਾਂ ਮੈਂ ਸ਼ਲਾਘਾ ਕਰੂੰਗਾ, ਅਮਰੀਕਾ ਤੁਸੀਂ 10 ਸਾਲ ਦੀ ਉਮਰ 'ਚ ਚਲੇ ਗਏ ਸੀਗੇ, ਪਰ ਪਕੜ ਨਹੀਂ ਗਈ ਪੰਜਾਬੀ ਦੀ। ਪਕੜ ਉਹੀ ਹੈ, ਮਾਝੇ ਵਾਲੀ ਪਕੜ ਆ ਪੰਜਾਬੀ ਦੀ, ਤੇ ਸਟਾਈਲ ਵੀ ਨਹੀਂ ਬਦਲਿਆ। ਨਹੀਂ ਤਾਂ ਜਿਹੜਾ ਬਾਹਰ ਜਾਂਦਾ ਨਾ ਬੰਦਾ 1 ਸਾਲ ਵਾਸਤੇ ਹੀ ਚਲੇ ਜਾ, ਚਾਹੇ ਉਹਦਾ ਹੂਲੀਆ ਬਦਲ ਜਾਂਦਾ ਹੈਗਾ। ਇਹ ਫਿਰ ਕਿੱਦਾਂ, ਇਹ ਬਜ਼ੁਰਗਾਂ ਨੇ ਰੱਖਿਆ ਸੀਗਾ, ਸੰਸਕਾਰ ਇਦਾਂ ਸੀ ਜਾਂ ਕੀ ਸੀਗਾ? ਮੇਰੇ ਪੜਨਾਨਾ ਜੀ 16 ਸਾਲ ਦੀ ਉਮਰ 'ਚ ਜੇਤੋ ਦੇ ਮੋਰਚੇ 'ਚ ਲੜਨ ਚਲ ਗਏ ਸੀ। ਮੇਰੇ ਨਾਨਾ ਜੀ 25 ਸਾਲ ਫੌਜ 'ਚ ਰਹੇ, ਇੰਡੀਅਨ ਆਰਮੀ 'ਚ। ਮੇਰੇ ਗ੍ਰੇਟ ਗ੍ਰੈਂਡਫਾਦਰ ਨੇ, ਕੋਈ ਗ੍ਰੈਂਡਫਾਦਰ ਨੇ, ਫਾਦਰ ਨੇ ਉਮਰ ਕੈਦ ਵੀ ਹੋਈ ਹੈ ਚੱਕਰਾਂ 'ਚ। ਉਹਨਾਂ ਨੇ ਕੋਈ ਐਸਾ ਮੋਰਚਾ ਨਹੀਂ ਛੱਡਿਆ ਜਿੱਥੇ ਉਹ ਲੜੇ ਨਹੀਂ ਆਪਣੇ ਪੰਜਾਬ ਦੇ ਲਈ। ਠੀਕ ਹੈ ਨਾ? ਇਹ ਹੁੰਦੀ ਅਣਖ। ਕਿਸੇ ਕੋਲ ਹੋਊਗਾ 1000 ਕਿੱਲਾ ਹੋਊਗਾ, ਸਾਡੇ ਕੋਲ ਅਣਖ ਆ। ਜਿਹਦੇ ਕੋਲ ਅਣਖ ਹੁੰਦੀ ਆ ਉਹਨੂੰ ਪਤਾ ਹੁੰਦਾ ਕਿ ਮੈਂ ਸੁਪੀਰੀਅਰ ਆ, ਮੇਰਾ ਕਲਚਰ ਉੱਪਰ ਆ, ਮੇਰੀ ਪੱਗ ਉੱਪਰ ਆ, ਮੇਰੀਆਂ ਜਿਹੜੀਆਂ ਕੁੰਡੀਆਂ ਮੁੱਛਾਂ ਵਾ, ਇਹ ਮੇਰਾ ਸਟਾਈਲ ਇਹ ਵਧੀਆ ਵਾ। ਪਰ ਜਿਹਦੇ ਵਿੱਚ ਇਹ ਨਹੀਂ ਹੈਗੀ, ਮੈਂ ਇਸ ਲਈ ਕਹਿੰਦਾ ਜਿਹੜਾ ਇੱਥੇ ਨਹੀਂ ਪਹੁੰਚਿਆ ਉਹ ਚਾਕੜ ਨਹੀਂ ਹੈਗੀ। ਜੇ ਤੁਹਾਡੇ ਚਾਕੜ ਨਹੀਂ ਹੈਗੀ ਤੇ ਤੁਹਾਨੂੰ ਲੱਗਣਾ ਕਿ ਜਿਹੜਾ ਦੂਜਾ ਗੋਰਾ ਵਾ ਉਹ ਮੇਰੇ ਤੋਂ ਉੱਪਰ ਆ।
ਸਾਨੂੰ ਕਦੀ ਲੱਗਾ ਹੀ ਨਹੀਂ। ਸਾਡੇ ਗੁਰੂ ਸਾਹਿਬ ਦੀ ਬਹੁਤ ਦੇਣ ਆ। ਸਾਡਾ ਜਿਹੜਾ ਪੰਜਾਬ ਆ, ਪੰਜਾਬ ਦਾ ਇਤਿਹਾਸ ਫੋਲੋ, ਅਸੀਂ ਤੇ ਸੋਨੇ ਦੀ ਚਿੜੀ ਆ। ਸੋ ਮੈਨੂੰ ਕਦੀ ਫੀਲ ਹੀ ਨਹੀਂ ਹੋਇਆ ਕਿ ਮੈਨੂੰ ਆ ਤੁਹਾਡੇ ਵਾਂਗੂ ਜਿੱਦਾਂ ਬੜੀ ਸੋਹਣੀ ਟਾਈ ਲਾ ਕੇ ਬਣ ਥਣ ਕੇ ਮੈਂ ਇੱਥੇ ਆਵਾਂ, ਕਿਉਂਕਿ ਆਪਣੇ ਅੰਦਰ ਮੈਨੂੰ ਤਾਂ ਐਵੇਂ ਮਤਲਬ ਤੇ ਅਟੈਕ ਨਹੀਂ ਕਰਦਾ ਤੇ ਤੈਨੂੰ ਕੰਮ ਕਰਕੇ ਕਰਨਾ ਪੈ ਜਾਂਦਾ ਤੇ ਉਹ ਫੀਲ ਹੀ ਨਹੀਂ ਹੋਇਆ ਕਿ ਮੈਨੂੰ ਬਾਹਰ ਜਾ ਕੇ ਵਿਖਾਵਾ ਕਰਨਾ ਪਊਗਾ ਕੱਪੜੇ, ਕਿਉਂਕਿ ਆਪਾਂ ਸੋਨਾ ਕਦੋਂ ਪਾਉਂਦੇ ਆ, ਕੱਪੜੇ ਕਦੋਂ ਪਾਉਂਦੇ ਆ, ਜਦੋਂ ਆਪਾਂ ਨੂੰ ਵਿਖਾਵਾ ਕਰਨਾ ਹੁੰਦਾ। ਜੇ ਤੁਹਾਡੇ ਅੰਦਰ ਖੁਸ਼ੀ ਆ, ਦਿਲ ਤੁਹਾਡਾ ਸਾਫ਼ ਆ, ਤੁਹਾਡੇ ਅੰਦਰ ਖੁਸ਼ੀ ਆ, ਵਿਖਾਵਾ ਕਿਹਨੂੰ ਕਰਨਾ। ਸੋ ਮਨੋਂ ਖੁਸ਼ੀ ਆ। ਮੈਂ ਆਪਣੇ ਬਾਬਿਆਂ ਦੀ, ਹਰੀ ਸਿੰਘ ਨਲੂਏ ਦੀ ਜਿਹੜੀ ਲਾਈਨ ਆ, ਬੰਦਾ ਸਿੰਘ ਬਹਾਦਰ ਦੀ ਲਾਈਨ ਆ, ਉਹ ਲਾਈਨ ਦੇ ਉੱਪਰ ਅਸੀਂ ਚੱਲਣ ਦੇ ਆ। ਜਦ ਤੱਕ ਉਹਨਾਂ ਦੀ ਲਾਈਨ ਤੇ ਚੱਲੇ ਆਵਾਂਗੇ ਸਾਨੂੰ ਕਿਸੇ ਚੀਜ਼ ਦੇ ਵਿਖਾਵੇ ਦੀ ਲੋੜ ਨਹੀਂ, ਅੰਗਰੇਜ਼ੀ ਬੋਲਣ ਦੀ ਲੋੜ ਨਹੀਂ, ਕਿਉਂਕਿ ਸਾਡੀ ਵਿੱਚ ਉਹ ਚੀਜ਼ ਹੈਗੀ ਆ ਕਿ ਅਸੀਂ ਸਭ ਤੋਂ ਸੁਪੀਰੀਅਰ ਆ। ਅਸੀਂ ਵੇਖੋ ਸਿੱਖ ਕੌਮ ਦੇ, ਅਸੀਂ ਕਿਸੇ ਨੂੰ ਇਹ ਨਹੀਂ ਕਹਿੰਦੇ ਕਿ ਅਸੀਂ ਤੇਰੇ ਤੋਂ ਵਧੀਆ ਵਾਂ, ਪਰ ਅਸੀਂ ਤੇਰੇ ਤੋਂ ਘੱਟ ਵੀ ਨਹੀਂ। ਸੋ ਬਹੁਤ ਸੋਹਣਾ। ਇਸੇ ਕਰਕੇ ਮੈਂ ਆਪਣਾ ਕਲਚਰ ਰੱਖਿਆ। ਆਪਣੇ ਫਾਦਰ ਸਾਹਿਬ ਜਾਂ ਸਾਡੇ ਸਾਰੇ ਪਰਿਵਾਰ ਨੇ, ਜੁਆਇੰਟ ਫੈਮਿਲੀ ਸਾਡੀ, ਅਸੀਂ ਸਾਰਿਆਂ ਨੇ ਇਹੋ ਹੀ ਟਰਾਈ ਕੀਤਾ ਕਿ ਜਿਹੜੀ ਸਾਡੀ ਚੀਜ਼ ਆ ਉਹ ਨਾ ਕਿਤੇ ਸਾਡੇ ਤੋਂ ਆਂਦੇ ਘਰ ਨਾ ਢੱਟ ਜੇ। ਵੱਡਾ ਘਰ ਵੱਲ ਵੇਖ ਕੇ ਕਿਤੇ ਆਪਣਾ ਘਰ ਨਾ ਢਾ ਲਿਓ, ਆਪਣਾ ਘਰ ਸੰਭਾਲੀਏ, ਬਾਕੀ ਜੋ ਮਿਲਦਾ ਉਹ ਫਿਰ ਵੇਖੀ ਜਾਓ। ਬਹੁਤ ਸੋਹਣੀ ਤੁਸੀਂ ਗੱਲ ਕੀਤੀ ਹੈਗੀ ਆ। ਪਰਮਾਤਮਾ ਤੁਹਾਨੂੰ ਇਸੇ ਤਰੀਕੇ ਨਾਲ ਚੜ੍ਹਦੀ ਕਲਾ ਦੇ ਵਿੱਚ ਰੱਖੇ। ਬਾਈ ਜੀ ਆਖਰ ਦੇ ਵਿੱਚ ਇਹ ਵੀ ਜ਼ਰੂਰ ਦੱਸੋ, ਹੁਣ ਕਰੋਨਾ ਨੂੰ ਤੁਸੀਂ ਕਿੱਦਾਂ ਵੇਖਦੇ ਆ? ਮੈਂ ਗੱਲ ਕੀਤੀ ਸੀ ਕਿ ਜਦੋਂ ਰਾਜਨੇਤਾਵਾਂ ਨੇ ਆਪਣੀ ਰੈਲੀਆਂ ਕਰਨੀ ਹੁੰਦੀ, ਜਦੋਂ ਇਲੈਕਸ਼ਨ ਦਾ ਟਾਈਮ ਆਉਂਦਾ, ਉਦੋਂ ਤਾਂ ਵੱਡੀਆਂ ਰੈਲੀਆਂ ਵੀ ਹੋ ਜਾਂਦੀਆਂ, ਉਦੋਂ ਤਾਂ ਕੋਈ ਕਰੋਨਾ ਨਹੀਂ ਹੁੰਦਾ। ਤੇ ਜਦੋਂ ਇਲੈਕਸ਼ਨ ਖਤਮ ਹੁੰਦੇ ਆ, ਨਾਲ ਦੀ ਨਾਲੇ ਲੋਕਡਾਊਨ ਸ਼ੁਰੂ ਹੋ ਜਾਂਦੇ ਆ। ਦੂਜੇ ਪਾਸੇ ਅਸੀਂ ਵੇਖਦੇ ਹਾਂ, ਜਿੱਦਾਂ ਪੜ੍ਹਾਈ ਦੀ ਗੱਲ ਕੀਤੀ ਤੁਸੀਂ, ਬੜੀ ਅਹਿਮ ਪੜ੍ਹਾਈ ਕਿੰਨੀ ਕੁ ਜ਼ਰੂਰੀ ਤੁਸੀਂ ਵੇਖਦੇ ਹੋ? ਅੱਜ ਕੱਲ੍ਹ ਤਾਂ ਬੱਚਿਆਂ ਨੇ ਪੇਪਰ ਵੀ ਨਹੀਂ ਦਿੱਤੇ, ਬੱਚਿਆਂ ਨੂੰ ਸਬਜੈਕਟਾਂ ਦੇ ਨਾਂ ਵੀ ਨਹੀਂ ਪਤਾ, ਦੂਜੀ ਕਲਾਸ 'ਚ ਚੜ੍ਹਾ ਦਿੱਤਾ ਜਾਂਦਾ ਹੈਗਾ ਵੀ ਕਰੋਨਾ ਕਾਰਨ ਸਕੂਲ ਬੰਦ ਹੈ, ਸਾਰਾ ਕੁਝ ਬੰਦ ਹੈ। ਇਹਨੂੰ ਤੁਸੀਂ ਕਿੰਨਾ ਕੁ ਘਾਤਕ ਮੰਨਦੇ ਵੀ ਆਉਣ ਵਾਲੀ ਪੀੜ੍ਹੀ ਜੇ ਇਸ ਤਰੀਕੇ ਦੇ ਨਾਲ ਅਸੀਂ ਪਾਸ ਕਰਵਾਈਏ, ਕਲਾਸਾਂ ਪਾਸ ਕਰਵਾਈਏ, ਕਿੰਨਾ ਕੁ ਘਾਤਕ ਤੁਸੀਂ ਮੰਨਦੇ ਹੋ? ਸੋ ਦੋ ਕੁਐਸਚਨ ਹੈ ਤੁਹਾਡੇ, ਇੱਕ ਕਰੋਨਾ ਦਾ, ਇੱਕ ਐਜੂਕੇਸ਼ਨ ਦਾ। ਪਹਿਲਾਂ ਕਰੋਨਾ ਦੇ ਚੱਲ ਜੀਏ। ਮੈਂ 5 ਮਹੀਨੇ ਅਮਰੀਕਾ 'ਚ ਕਰੋਨਾ ਵਾਰਡ 'ਚ ਕੰਮ ਕੀਤਾ ਔਰ ਮੈਂ ਵੋਲੰਟੀਅਰਲੀ ਆਫ ਨਹੀਂ ਲਿਆ। ਮੈਨੂੰ ਲੱਗਦਾ ਮੈਂ ਇੱਕ ਵੀਕਐਂਡ ਹੀ ਆਫ ਲਿਆ 5 ਮਹੀਨੇ ਜਿੱਤੇ ਕੰਮ ਨਹੀਂ ਕੀਤਾ ਹੋਊਗਾ। ਔਰ ਲੋਕ ਮਰਦੇ ਵੇਖੇ ਕਰੋਨਾ ਤੋਂ। ਸੋ ਸੰਯੁਕਤ ਮੋਰਚੇ 'ਚ ਮੀਟਿੰਗ 'ਚ ਵੀ ਮੈਂ ਇਹੋ ਗੱਲ ਕੀਤੀ ਸੀ ਕਿ ਕਰੋਨਾ ਹੈ, ਅਸੀਂ ਉੱਤੇ ਇਨਕਾਰ ਨਹੀਂ ਕਰਦੇ, ਸਾਨੂੰ ਪਤਾ ਕਰੋਨਾ ਬਹੁਤ ਮਾੜੀ ਚੀਜ਼ ਆ, ਪਰ ਹੁਣ 4 ਮਹੀਨੇ ਹੋ ਗਏ ਆ, 4 ਮਹੀਨੇ ਤੋਂ ਵੱਧ ਹੋ ਗਏ ਮੈਂ ਇੱਥੇ ਆ, ਮੈਂ ਇੱਕ ਵੀ ਕੇਸ ਨਹੀਂ ਵੇਖਿਆ ਕਰੋਨਾ ਦਾ ਇੱਥੇ ਆਪਣੇ ਮੋਰਚੇ 'ਚ। ਪਤਾ ਨਹੀਂ ਪਰਮਾਤਮਾ ਦੀ ਕੋਈ ਦੇਣ ਆ, ਕੋਈ ਇੱਥੇ ਰੱਬ ਵਸਦਾ ਇਸ ਵੇਲੇ ਕਿ ਇਹ ਕਿਸਾਨ ਵੀਰ ਇੰਨੇ ਸੱਚੇ ਆ ਕਿ ਕਰੋਨਾ ਵੀ ਇੱਥੇ ਆਉਣੋਂ ਡਰਦਾ, ਪਤਾ ਨਹੀਂ ਕਿਉਂ। ਮੈਂ ਕਿਉਂਕਿ ਮੈਨੂੰ ਹਰ ਇੱਕ ਸਿੰਪਟਮ ਦਾ ਪਤਾ ਕਰੋਨਾ ਦੇ ਦਾ, ਪਰ ਮੈਂ ਇੱਥੇ ਨਹੀਂ ਵੇਖਿਆ। ਹੁਣ ਸਾਡੇ ਡਾਕਟਰ ਦਿਨ ਰਾਤ ਇੱਕ ਕਰਨ ਦੇ, ਅਸੀਂ ਵੀ ਮਾਸਕ ਨਹੀਂ ਪਾਉਂਦੇ ਕਿਉਂਕਿ ਸਾਨੂੰ ਕਿਤੇ ਨਾ ਕਿਤੇ ਲੱਗਦਾ ਯਾਰ ਨਹੀਂ ਕਰੋਨਾ ਹੈਗਾ, ਪਰ ਫਿਰ ਤੁਸੀਂ ਕਹੋਗੇ ਕਿ ਯਾਰ ਲੋਕ ਇੱਥੋਂ ਉੱਧਰ ਜਾਂਦੇ ਆ, ਬਾਹਰ ਨਿਕਲਦੇ ਆ, ਅੰਦਰ ਵੜਦੇ। ਸੋ ਅਸੀਂ ਇਹ ਕਿਹਾ ਸੀ, ਵੇਖੋ ਮਾਸਕ ਅਸੀਂ ਕਿਉਂ ਨਹੀਂ ਪਾਉਂਦੇ? ਮਾਸਕ ਅਸੀਂ ਇਸ ਲਈ ਨਹੀਂ ਪਾਉਂਦੇ ਕਿਉਂਕਿ ਇੱਥੇ ਲੋਕਾਂ ਨੇ ਮਾਸਕ ਪਾ ਕੇ ਗਲਤ ਕੰਮ ਕੀਤੇ। ਜਦੋਂ ਸ਼ੁਰੂ ਹੋਇਆ ਸੀ ਮੋਰਚਾ, ਉਦੋਂ ਹੀ ਅਸੀਂ ਫਿਰ ਡਰ ਗਏ ਕਿ ਯਾਰ ਅਸੀਂ ਮਾਸਕ ਪਾ ਕੇ, ਇੱਥੇ ਕੋਈ ਮਾਸਕ ਪਾ ਕੇ ਆ ਗਏ, ਇਹ ਨਾ ਹੋਵੇ ਸਾਡਾ ਨਾਮ ਬਦਨਾਮ ਕਰ ਦੇ, ਇਸ ਲਈ ਮਾਸਕ ਸਾਡੇ ਬੰਦ ਹੋ ਗਏ। ਫਿਰ ਗੱਲ ਸੋਸ਼ਲ ਡਿਸਟੈਂਸਿੰਗ ਦੀ, ਅਸੀਂ ਸੋਸ਼ਲ ਡਿਸਟੈਂਸਿੰਗ ਰੱਖਣ ਦੀ ਕੋਸ਼ਿਸ਼ ਕਰ ਰਹੇ। ਫਿਰ ਵੀ ਤੀਜੀ ਚੀਜ਼ ਹੈ ਵੈਕਸੀਨ ਦੀ। ਅਸੀਂ ਹੱਥ ਜੋੜੇ ਸਰਕਾਰਾਂ ਅੱਗੇ, ਸੰਯੁਕਤ ਮੋਰਚੇ ਨੂੰ ਵੀ ਕਿਹਾ, ਸੰਯੁਕਤ ਮੋਰਚੇ ਨੇ ਅੱਗੇ ਵੀ ਕਿਹਾ। ਹੋ ਸਕਦਾ ਤੁਹਾਡੇ ਤੇ ਲੋਕ ਵਿਸ਼ਵਾਸ ਨਾ ਕਰਦੇ ਹੋਣ, ਇਸ ਲਈ ਬਹਾਦਰਗੜ੍ਹ ਕਈ ਥਾਵਾਂ ਤੇ ਇਸ ਵੇਲੇ ਲੋਕ ਵੈਕਸੀਨ ਨਹੀਂ ਲਵਾਉਂਦੇ, ਉਹਨਾਂ ਦੀ ਗਲਤ ਫਹਿਮੀਆਂ ਵਾ। ਅਸੀਂ ਕਹਿੰਦੇ ਸਾਨੂੰ ਵੈਕਸੀਨ ਦਿਓ, ਅਸੀਂ ਲੋਕਾਂ ਦੇ ਲਾਵਾਂਗੇ। ਅਸੀਂ ਅੱਗੇ ਪ੍ਰਚਾਰ ਕਰ ਰਹੇ ਹਾਂ ਵੈਕਸੀਨ ਦਾ, ਸਾਡੇ ਹੱਥ 'ਚ ਵੈਕਸੀਨ ਫੜਾ ਦਿਓ, ਵੇਖਿਓ ਅਸੀਂ ਕਿੱਦਾਂ ਆਪਣੇ ਲੋਕਾਂ ਨੂੰ ਵੈਕਸੀਨ ਤੋਂ ਪ੍ਰੋਟੈਕਟ ਕਰਦੇ। ਸੋ ਸਾਡਾ ਵਿਸ਼ਵਾਸ ਹੈ ਕਰੋਨਾ 'ਚ, ਇੱਥੇ ਕਰੋਨਾ ਨਹੀਂ ਹੈਗਾ, ਪਰ ਅਸੀਂ ਸਰਕਾਰ ਨਾਲ ਮਿਲ ਕੇ ਜੋ ਵੀ ਉਹ ਕਹਿਣਗੇ ਉਹ ਕਰਨ ਲਈ ਰੈਡੀ ਹਾਂ ਕਿ ਇਹ ਕਰੋਨਾ ਦੀ ਬਿਮਾਰੀ ਨੂੰ ਜੜੋਂ ਮੁਕਾ ਦਿੱਤਾ ਜਾਵੇ। ਬਾਕੀ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ, ਆ ਜਿਹੜੀਆਂ ਰੈਲੀਆਂ ਵੱਡੀਆਂ ਬੰਗਾਲ 'ਚ, ਉਹਦੇ ਕਰਕੇ ਆ ਜਿਹੜਾ ਤੁਸੀਂ ਆ ਵੇਖ ਰਹੇ ਹੋ ਨਾ ਕਿ ਜਿਹੜਾ ਰੇਟ ਵੱਧ ਰਿਹਾ ਦਿੱਲੀ, ਪੰਜਾਬ, ਹਰਿਆਣੇ, ਕਿਉਂਕਿ ਲੋਕ ਉੱਥੇ ਗਏ ਸੀ ਬਹੁਤ ਜ਼ਿਆਦਾ, ਉਹਦੇ ਕਰਕੇ ਵੱਧ ਰਿਹਾ। ਸੋ ਇਹ ਅਸੀਂ ਕਹਿੰਦੇ ਕਿ ਆ ਪੋਲੀਟੀਕਲ ਰੈਲੀਆਂ ਬੰਦ ਕਰੋ ਤੇ ਜਿਹੜਾ ਕਰੋਨਾ ਵਾ ਉਹਨੂੰ ਰਲ ਮਿਲ ਕੇ ਆਪਾਂ ਫਾਈਟ ਕਰੀਏ, ਉਹਨੂੰ ਡਿਫੀਟ ਕਰੀਏ। ਪਰ ਖੁਸ਼ਕਿਸਮਤੀ ਦੀ ਨਾਲ ਇਹ ਜਿਹੜਾ ਵੀ ਆਪਣਾ ਪ੍ਰੋਟੈਸਟ ਆ, ਇਹਦੇ ਵਿੱਚ ਕਰੋਨਾ ਅਜੇ ਤੱਕ ਨਹੀਂ ਵਿਖਿਆ। ਦੂਜੀ ਗੱਲ ਐਜੂਕੇਸ਼ਨ ਦੀ, ਮੇਰੇ ਵੀਰੇ ਬਹੁਤ ਇੰਪੋਰਟੈਂਟ ਚੀਜ਼ ਆ। ਜੇ ਕਿਸੇ ਕੌਮ ਨੂੰ ਤੁਸੀਂ ਗੁਲਾਮ ਬਣਾਉਣਾ ਨਾ, ਉਹਨਾਂ ਦੀ ਐਜੂਕੇਸ਼ਨ ਖਤਮ ਕਰ ਦਿਓ। ਤੇ ਇਹੋ ਹੀ ਆਪਣੇ ਸਿੱਖ ਕੌਮ ਨਾਲ ਹੁੰਦਿਆ, ਕਿਸਾਨੀ ਕੌਮ ਨਾਲ ਹੁੰਦਿਆ, ਇਹਨਾਂ ਦੀ ਐਜੂਕੇਸ਼ਨ ਜ਼ੀਰੋ ਹੋ ਗਈ, ਪਿੰਡਾਂ ਦੀ ਐਜੂਕੇਸ਼ਨ ਜ਼ੀਰੋ ਹੋ ਗਈ ਆ। ਉਹ ਗੁਲਾਮ ਬਣ ਕੇ ਜਿਹੜਾ ਪੜ੍ਹ ਹੀ ਨਹੀਂ ਸਕਦਾ, ਜਿਹਨੂੰ ਪਤਾ ਹੀ ਨਹੀਂ ਮੇਰੇ ਹੱਕ ਕੀ ਆ, ਸਰਪੰਚਾਂ ਨੂੰ ਪਤਾ ਹੀ ਨਹੀਂ ਕਿ ਸਰਪੰਚ ਦੀ ਪਾਵਰ ਕੀ ਆ। ਖੇਡ ਦਾ ਸਵਾਲ ਉਹਨਾਂ ਨੇ ਪਿੰਡਾਂ ਲਈ ਕਰਨਾ। ਤੁਸੀਂ ਜਿਹੜਾ ਵੀ ਮੇਰਾ ਵੀਰੇ ਵੇਖਦਾ ਹੋਵੇ, ਆਪਣੇ ਪਿੰਡ ਦੇ ਸਰਪੰਚ ਨੂੰ ਪੁੱਛੋ ਕਿ ਬਾਈ ਤੇਰੀ ਪਾਵਰ ਕੀ ਆ, ਜੇ ਤੁਹਾਨੂੰ ਦੱਸ ਸਕੇ ਤੇ ਚੇਅਰਮੈਨ ਨੂੰ ਪੁੱਛੋ ਬਾਈ ਤੇਰੀ ਪਾਵਰ ਕੀ ਆ, ਉਹਨੂੰ ਪਤਾ ਹੀ ਨਹੀਂ। ਉਹਨੇ ਸਕੂਲ ਤੁਹਾਡੇ ਕੀ ਸਵਾਰਨਾ, ਉਹਨੂੰ ਪਤਾ ਨਹੀਂ ਮੈਂ ਫੰਡਿੰਗ ਲੈਣੀ ਕਿੱਦਾਂ, ਉਹਨੂੰ ਲਿਖਣੀ ਨਹੀਂ ਆਉਂਦੀ ਅੰਗਰੇਜ਼ੀ ਪੰਜਾਬੀ, ਉਹਨੇ ਐਪਲੀਕੇਸ਼ਨ ਭਰਨੀ ਆ। ਸੋ ਸਾਡੀ ਪੜ੍ਹਾਈ ਖਤਮ ਕਰਤੀ, ਸਾਨੂੰ ਕੁਐਸਚਨ ਹੀ ਕਰਨਾ ਨਹੀਂ ਆਉਂਦਾ। ਹੁਣ ਮੇਰੇ ਵੀਰ ਬੜੇ ਬੈਠੇ ਹੋਣਗੇ ਪੰਜਾਬ 'ਚ, ਉਹਨਾਂ ਨੂੰ ਪਤਾ ਨਹੀਂ ਇਹ ਫਾਰਮੂਲਾਜ਼ ਹੈ ਕੀ, ਉਹਨਾਂ ਨੂੰ ਪਤਾ ਹੀ ਨਹੀਂ ਕਿ ਮੈਂ ਜੇ ਕੱਲ ਲੀਡਰ ਉਹਨਾਂ ਦੇ ਅੱਗੇ ਆ ਕੇ ਕੁਝ ਬੋਲਦਾ, ਉਹਨੂੰ ਪਤਾ ਨਹੀਂ ਬਾਈ ਉਹਨੂੰ ਕਿੱਦਾਂ ਕਹਿਣਾ ਕਿ ਯਾਰ ਮੈਨੂੰ ਮੇਰੀ ਐਜੂਕੇਸ਼ਨ ਦੇ, ਮੇਰੀ ਹੈਲਥ ਕੇਅਰ ਦੇ। ਜਿਹੜਾ ਗਰੀਬ ਨੇ ਸੁਪਨਾ ਹੀ ਮਾਰਤਾ ਕਿ ਮੇਰਾ ਪੁੱਤ ਵੀ ਕਦੀ DC ਬਣ ਸਕਦਾ, ਡਾਕਟਰ ਬਣ ਸਕਦਾ।
ਬਿਲਕੁਲ। ਮੈਂ ਇੱਥੇ ਇੱਕ ਵਾਰੀ ਜਦੋਂ ਨਵੇਂ ਅਸੀਂ ਆਏ ਨਾ, ਇੱਕ ਵਿਚਾਰਾ ਗਰੀਬ ਸੀਗਾ, ਉਹ ਪ੍ਰਵਾਸੀ ਮਜ਼ਦੂਰ ਜਿਹਨੂੰ ਕਹਿ ਦਿੰਦੇ ਆ। मैं उन्होंने पूछा, मैं कि थोड़ी मांग की है। उन्हें बेचारे ने बड़ा रोज ही के क्या कहता, हमें ये 2 वक्त की रोटी मिल जाए हमारी, हम यही चाहते हैं। मैं क्या भी इंसान ਇੱਥੇ ਇੰਨਾ ਪੜਤਾੜਿਆ ਗਿਆ ਹੈਗਾ, ਉਹਦੀ ਜਿਹੜੀ ਕਹਿ ਲਓ ਕਿ ਮੰਜ਼ਿਲ, ਉਹਨੂੰ ਸੁਪਨਾ ਹੀ ਇਹੀ ਰਹਿ ਗਿਆ ਵੀ ਮੈਨੂੰ 2 ਵਕਤ ਦੀ ਰੋਟੀ ਮਿਲ ਜਾਵੇ ਬਸ। ਅਮਰੀਕਾ ਜਾ ਕੇ ਟਰੱਕ ਡਰਾਈਵਰ ਬਣ ਜਾਈਏ, ਸਾਨੂੰ ਇਹੋ ਨਾ ਸਾਡੇ ਪੁੱਤ ਅਮਰੀਕਾ ਜਾ ਕੇ ਤੇ ਟਰੱਕ ਡਰਾਈਵਰ ਬਣ, ਇਹ 'ਚ ਹੀ ਆਪਾਂ ਨੂੰ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਹਰੀ ਸਿੰਘ ਜਰਨੈਲ ਦੀ ਜਿਹੜੀ ਕੌਮ ਆ ਹੁਣ ਟਰੱਕਾਂ ਤੇ ਬਹਿ ਜਾਊਗੀ ਬਸ। ਮਤਲਬ ਕਿੰਨਾ ਸਾਡੇ ਤੇ ਵੇਖੋ ਕਿੰਨਾ ਮਾੜਾ ਟਾਈਮ ਆ ਗਿਆ ਕਿ ਅਸੀਂ ਜਰਨੈਲੀਆਂ ਛੱਡ ਕੇ ਤੇ ਟਰੱਕਾਂ ਵੱਲ ਹੋ ਗਏ। ਮੈਂ ਟਰੱਕ ਵੀਰਾਂ ਨੂੰ ਬਹੁਤ ਮਿਹਨਤੀ, ਮੈਂ ਉਹਨਾਂ ਨੂੰ ਨਹੀਂ ਕੁਝ ਕਹਿੰਦਾ, ਪਰ ਮੈਂ ਆਪਣੀ ਜਿਹੜੀ ਆਉਣ ਵਾਲੀ ਪੀੜ੍ਹੀ ਆ ਸਾਰੇ ਵੀਰਾਂ ਨੂੰ ਮੈਂ ਬੇਨਤੀ ਕਰਦਾ, ਆਪਣੇ ਪਿੰਡਾਂ 'ਚ ਪੜ੍ਹਾਈ ਦਾ ਸਿਸਟਮ ਉੱਪਰ ਕਰੋ, ਸੁਪਨੇ ਲਓ, ਸਾਡਾ ਮੁੰਡਾ ਡੀਸੀ ਬਣੇ, ਸਾਡਾ ਮੁੰਡਾ ਇੰਜੀਨੀਅਰ ਬਣੇ, ਅਫਸਰ ਬਣੇ, ਡਾਕਟਰ ਬਣੇ। ਤੇ ਜਿਹੜਾ ਅੱਜ ਮਾਹੌਲ ਬਣਿਆ ਜਿੱਥੇ 3 ਲਾਅ ਆਏ ਆ, ਕਦੀ ਦੁਬਾਰਾ ਉਹ ਸੋਚ ਕੇ ਵੀ 3 ਲਾਅ ਤੁਹਾਡੇ ਅੱਗੇ ਨਹੀਂ ਲੈ ਕੇ ਆਉਣਗੇ। ਜੇ ਆਪਣੀ ਪੜ੍ਹਾਈ ਮਰ ਗਈ, ਤੁਹਾਡੇ 3 ਲਾਅ ਕੱਲ੍ਹ 6 ਬਣਨੇ, ਤੁਸੀਂ ਗੁਲਾਮ ਦੇ ਗੁਲਾਮ ਆ, ਬਣਨਾ ਹੀ ਬਣਨਾ, ਇਹ ਬਸ ਟਾਈਮ ਆ। ਬਾਕੀ ਕਰੋਨਾ ਦੇ ਨਾਮ ਤੇ ਜੋ ਗਲਤ ਕੰਮ ਹੋ ਰਿਹਾ ਪੰਜਾਬ ਦੇ ਵਿੱਚ, ਕਿਉਂਕਿ ਹਰਿਆਣੇ ਦੇ ਸਕੂਲ ਖੁੱਲ੍ਹੇ ਸੀ, ਪੰਜਾਬ ਦੇ ਸਕੂਲ ਇਹਨਾਂ ਨੇ ਬੰਦ ਕਰਤੇ। ਜਿਹੜੀ ਪੜ੍ਹਾਈ ਆ, ਮੇਰੇ ਕੋਲ ਇੱਥੇ ਟੀਚਰ ਵੀ ਮਿਲਣ ਆਉਂਦੇ ਆ, ਟੀਚਰ ਆਂਦੇ ਯਾਰ ਸਾਨੂੰ ਕੀ ਹੁੰਦਾ ਵਾ ਕਿ ਪੜ੍ਹਦਾ ਕੋਈ ਨਿਆਣਾ ਹੈਗਾ ਨਹੀਂ, ਕਿਉਂਕਿ ਕਈਆਂ ਕੋਲ ਫੋਨ ਹੀ ਨਹੀਂ ਹੈਗੇ ਪੜ੍ਹਨ ਲਈ, ਜਾਂ ਜਿਨ੍ਹਾਂ ਕੋਲ ਹੈਗੇ ਆ ਉਹ ਪੜ੍ਹਦੇ ਨਹੀਂ ਉੱਥੇ ਹੁੰਦੇ। ਤੇ ਜਦੋਂ ਪੇਪਰ ਆਉਂਦੇ ਆ ਉਦੋਂ ਸਾਨੂੰ ਕਹਿ ਦਿੰਦੇ ਵੀ ਇਹਦੇ ਨੰਬਰ ਲਾ ਦੇ, ਨਹੀਂ ਸਾਡੀ ਬਦਨਾਮੀ ਹੁੰਦੀ ਆ। ਗਲਤ ਇੱਕ ਜਿਹੜਾ ਵੀ ਮੇਰਾ ਵੀਰ ਪੜ੍ਹਦਾ, ਭੈਣ ਪੜ੍ਹਦੀ, ਉਹਨੂੰ ਪਤਾ ਜੇ 1 ਸਾਲ ਦੀ ਪੜ੍ਹਾਈ ਸਾਡੀ ਖਤਮ ਹੋ ਜੇ ਨਾ, ਮੇਰਾ ਤੂੰ 7ਵੀਂ ਦੀ ਪੜ੍ਹਾਈ ਕੱਢ ਦੇ, ਮੈਂ ਕਦੀ ਡਾਕਟਰ ਨਹੀਂ ਬਣ ਸਕਦਾ, ਮੇਰੀ 8ਵੀਂ ਦੀ ਪੜ੍ਹਾਈ ਕੱਢ ਦੋ, ਮੈਂ ਕਦੀ ਡਾਕਟਰ ਨਹੀਂ ਬਣ ਸਕਦਾ। ਕਿਉਂਕਿ ਹਰ ਇੱਕ ਉਹ ਬੇਸ ਹੁੰਦਾ, ਪਹਿਲੀ, ਦੂਜੀ, ਤੀਜੀ, ਚੌਥੀ, ਇੱਕ ਸਟੈਪ ਵਾਈਜ਼ ਸਟੈਪ ਉੱਥੇ ਚੱਲਦੇ ਜੋ, ਪਹਿਲਾਂ ਦੂਜੀ ਦਾ ਪਹਾੜਾ, ਤੀਜੀ ਦਾ ਪਹਾੜਾ, ਚੌਥੀ। ਜਿਹਨੇ ਦੂਜੀ ਦਾ ਪਹਾੜਾ ਨਹੀਂ ਪੜ੍ਹਿਆ ਉਹ 10ਵੀਂ ਦੇ ਪਹਾੜੇ ਕਿੱਦਾਂ ਪੜ੍ਹੂਗਾ। ਸੋ ਸਾਡੀ ਪੜ੍ਹਾਈ ਸਾਡੇ ਤੋਂ ਖਤਮ ਹੋ ਕੀਤੀ ਜਾ ਰਹੀ ਹੈ, ਸਾਨੂੰ ਗੁਲਾਮੀ ਵੱਲ ਲੈ ਕੇ ਜਾ ਜਿਹੜਾ। ਮੈਂ ਹੱਥ ਜੋੜ ਕੇ NRI ਵੀਰਾਂ ਨੂੰ ਬੇਨਤੀ ਕਰਦਾ, ਆਪਣੇ ਪਿੰਡਾਂ ਵੱਲ ਧਿਆਨ ਦਿਓ। ਆ ਪਹਿਲਾਂ ਮੋਰਚਾ ਜਿੱਤ ਲਈਏ, ਆਪਣੇ ਪਿੰਡ ਵਿੱਚ ਆਪਾਂ ਸਕੂਲ ਬਣਾਉਣੇ ਆ। ਸਭ ਤੋਂ ਪਹਿਲਾ ਕੰਮ ਆ ਕਬੱਡੀ ਕਬੱਡੀ, ਆ ਜਿਹੜੇ ਕੰਮ ਦੂਜੇ ਆਪਾਂ ਕਰਦੇ ਆ, ਅਸੀਂ ਵੀ ਵਿਸਾਖੀ ਦਾ ਮੇਲਾ ਕਰਾਇਆ, ਉਹ ਕੰਮਾਂ ਤੋਂ ਥੋੜ੍ਹਾ ਜਿਹਾ ਓਲੇ ਹੋ ਜਾਈਏ। ਸਭ ਤੋਂ ਪਹਿਲਾਂ ਬੇਸ ਬਚਾਈਏ। ਬੇਸ ਜਿੱਦਾਂ ਹੁਣ ਆਪਾਂ ਇੱਥੇ ਸਭ ਤੋਂ ਪਹਿਲਾਂ ਬੇਸ ਬਣਾਉਂਦੇ, ਘਰ ਬਣਾਉਂਦੇ ਨਾ, ਇੱਦਾਂ ਹੀ ਪੰਜਾਬ ਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਬੇਸ ਬਣਾਉਣਾ, ਆਪਣੀ ਐਜੂਕੇਸ਼ਨ ਉੱਪਰ ਲੈ ਕੇ ਜਾਣਾ। ਦੂਜਾ ਕੰਮ ਆਪਣੀ ਹੈਲਥ ਕੇਅਰ ਨੂੰ ਉੱਪਰ ਲੈ ਕੇ ਜਾਣਾ। ਲੋਕਾਂ ਨੂੰ ਤੁਹਾਨੂੰ ਰੋਟੀ ਦੇਣ ਦੀ ਲੋੜ ਨਹੀਂ ਪੈਣੀ। ਜਦੋਂ ਤੁਸੀਂ ਕਿਸੇ ਨੂੰ ਐਜੂਕੇਸ਼ਨ ਦੇ ਦਿੱਤੀ ਨਾ, ਉਹਦੇ ਪੁੱਤ ਨੂੰ DC ਬਣਾਤਾ, ਉਹਨੇ ਮੰਗਤਾ ਨਹੀਂ ਰਹਿਣਾ, ਉਹ ਫਿਰ ਤੁਹਾਨੂੰ ਦੇਣ ਜੋਗਾ ਹੋਊਗਾ। ਉਹਦੇ ਵੀ ਪੁੱਤ ਜੇ ਕਦੀ ਸੰਘਰਸ਼ ਆਇਆ, ਉਹਦੇ ਪੁੱਤ ਇੱਥੇ ਆ ਕੇ ਕੰਮ ਕਰਨਗੇ। ਜੇ ਆਪਾਂ DC ਅਫਸਰ, ਮਿਲਟਰੀ, ਔਰ ਮੈਂ ਇਹੋ ਮੇਰਾ ਆਈ ਥਿੰਕ ਫਾਈਨਲ ਮੇਰਾ ਜਿਹੜਾ ਮੇਨ ਪਰਪਸ ਆ, ਜੇ ਅਸੀਂ ਇੰਡੀਆ ਆਉਂਦੇ ਆ ਜਾਂ ਅਸੀਂ ਸੰਸਥਾ ਬਣਾਈ, ਉਹਦਾ ਇਹੋ ਹੀ ਇਕੁਅਲ ਅਪਰਚੁਨਿਟੀ ਟੂ ਹੈਲਥ ਕੇਅਰ ਐਂਡ ਐਜੂਕੇਸ਼ਨ ਫॉर ਆਲ। ਭਾਵੇਂ ਕੋਈ ਦਲਿਤ ਆ, ਭਾਵੇਂ ਉਹ ਜੱਟ ਆ, ਭਾਵੇਂ ਉਹ ਜੋ ਮਰਜ਼ੀ ਹੋਵੇ, ਹਿੰਦੂ ਮੁਸਲਿਮ ਜਿਹੜਾ ਮਰਜ਼ੀ ਹੋਵੇ, ਹਰ ਇੱਕ ਨੂੰ ਹੱਕ ਆ ਐਜੂਕੇਸ਼ਨ ਦਾ, ਹਰ ਇੱਕ ਨੂੰ ਹੱਕ ਆ ਹੈਲਥ ਕੇਅਰ ਦਾ। ਜੀ ਬਾਈ ਜੀ, ਆਖਰ ਦੇ ਵਿੱਚ ਇਹ ਵੀ ਦੱਸ ਦਿਓ, ਹੁਣ ਮੇਰੇ ਜ਼ਿਹਨ ਦੇ ਵਿੱਚ ਆ ਰਿਹਾ ਸੀਗਾ, ਵੈਕਸੀਨ ਚੱਲ ਪਈ ਹੈ ਕਰੋਨਾ ਦੀ, ਪਰ ਕਈ ਲੋਕੀ ਕਹਿੰਦੇ ਆ ਕਿ ਵੈਕਸੀਨ ਦੇ ਬਾਵਜੂਦ ਵੀ ਕਰੋਨਾ ਪੋਜ਼ਿਟਿਵ ਆ ਜਾਂਦਾ ਹੈਗਾ ਬਾਅਦ ਦੇ ਵਿੱਚ ਵੀ। ਸੋ ਤੁਸੀਂ ਕਿੱਦਾਂ ਵੇਖਦੇ ਹੋ? ਅਮਰੀਕਾ ਦੇ ਵਿੱਚ ਜਿੱਦਾਂ ਐਕਸਟਰਾਜੈਨਿਕਾ ਚੱਲ ਰਹੀ ਹੈਗੀ ਹੈ, ਇੱਥੇ ਕੋਵੈਕਸੀਨ ਚੱਲ ਰਹੀ ਹੈ, ਕੀ ਕੁਝ ਤੁਸੀਂ ਮਤਲਬ ਕਿ ਥੋੜਾ ਰੀਡ ਕੀਤਾ ਹੈਗਾ ਜਾਂ ਤੁਸੀਂ ਕਿੱਦਾਂ ਵੇਖਦੇ ਹੋ ਇਹ ਚੀਜ਼ ਨੂੰ? ਹਾਂਜੀ, ਬੇਸ਼ੱਕ ਤੁਹਾਨੂੰ ਕਰੋਨਾ ਹੋ ਸਕਦਾ ਵੈਕਸੀਨ ਤੋਂ ਬਾਅਦ ਵੀ। ਪਹਿਲੀ ਗੱਲ ਤੇ ਜਿਹੜੀ ਆਪਣੀ ਇੰਡੀਆ ਦੀ ਵੈਕਸੀਨ ਹੈ ਨਾ, ਉਹ ਇਹ ਪਹਿਲਾ ਇੰਜੈਕਸ਼ਨ ਲਵਾਓ, ਫਿਰ 28 ਦਿਨ, ਹੁਣ ਕਹਿਤਾ 8 ਹਫ਼ਤੇ 6 ਹਫ਼ਤੇ ਬਾਅਦ ਦੂਜਾ ਇੰਜੈਕਸ਼ਨ। ਉਸ ਤੋਂ ਬਾਅਦ ਵੀ ਕਈ ਵਾਰੀ 1-2 ਹਫ਼ਤਿਆਂ ਬਾਅਦ ਤੁਹਾਡੀ ਫੁੱਲੀ ਇਮਿਊਨਿਟੀ ਬਣਦੀ, ਕਿਉਂਕਿ IgM ਪਹਿਲਾਂ ਬਣ ਜਾਂਦੀ, ਪਹਿਲੇ 5ਵੇਂ-6ਵੇਂ ਦਿਨ ਬਣ ਜਾਂਦੀ ਕਈ ਵਾਰੀ। IgG ਬਣਨ ਨੂੰ ਕਈ ਵਾਰੀ ਟਾਈਮ ਲੱਗਦਾ, ਜਿਹੜੀ ਲੌਂਗ ਟਰਮ ਇਮਿਊਨਿਟੀ ਜਿਹਨੂੰ ਕਹਿੰਦੇ ਆ। ਸੋ ਜਿਹੜਾ ਇਨਫੈਕਸ਼ਨ ਵੀ ਹੋਣੀ, ਕਿਉਂਕਿ ਜਿਹੜੀ ਵਾਇਰਸ ਆ ਉਹ ਵੀ ਕਈ ਵਾਰੀ ਚੇਂਜ ਹੋ ਜਾਂਦੀ ਆ। ਪਰ ਇਹ ਅਸੀਂ ਸਟੱਡੀਜ਼ ਵਿੱਚ ਵੇਖਿਆ ਵਾ ਕਿ ਵਾਇਰਸ ਵੈਕਸੀਨ ਤੋਂ ਬਾਅਦ ਇਨਫੈਕਸ਼ਨ ਜ਼ਰੂਰ ਹੋ ਜਾਂਦੀ ਕਈ ਵਾਰੀ, ਪਰ ਉਨੀ ਖਤਰਨਾਕ ਨਹੀਂ ਹੁੰਦੀ, ਤੁਹਾਡੀ ਜਾਨਲੇਵਾ ਨਹੀਂ ਹੋਊਗੀ ਜਿੰਨੀ ਇਸ ਵੇਲੇ ਜਾਨਲੇਵਾ ਬਣਦੀ ਆ। ਸੋ ਵੈਕਸੀਨ ਦੇ ਹੱਕ ਵਿੱਚ ਆ। ਵੈਕਸੀਨ ਬਜ਼ੁਰਗਾਂ ਨੂੰ ਜ਼ਰੂਰ ਕਹੋਗੇ ਕਿ ਸਾਰੇ ਜਣੇ ਵੈਕਸੀਨ ਜ਼ਰੂਰ ਲਵਾਓ। ਅਮਰੀਕਾ ਵਿੱਚ ਜ਼ੋਰਾਂ ਸ਼ੋਰਾਂ 'ਚ ਲੱਗ ਰਹੀ ਆ, ਇੱਥੇ ਸਰਕਾਰ ਤੇ ਲੋਕਾਂ ਨੂੰ ਵਿਸ਼ਵਾਸ ਨਹੀਂ ਆ, ਇਸੇ ਕਰਕੇ ਲੋਕ ਨਹੀਂ ਲਵਾਉਂਦੇ। ਕਿਉਂਕਿ ਤੁਹਾਨੂੰ ਵੀ ਪਤਾ ਪੰਜਾਬ ਦੇ ਵਿੱਚ ਜਿੱਥੇ ਮਰਜ਼ੀ ਜਾ ਕੇ ਕਹੋ ਵੀ ਮੈਨੂੰ ਪੋਜ਼ਿਟਿਵ ਕਰ ਦੇ, ਉਹ ਪੋਜ਼ਿਟਿਵ ਕਰ ਦਿੰਦੇ, ਜਿਹਨੂੰ ਕਹੋ ਵੀ ਨੈਗੇਟਿਵ ਕਰ ਦੇ, ਉਹ ਨੈਗੇਟਿਵ ਕਰ। ਲੋਕਾਂ ਦਾ ਵਿਸ਼ਵਾਸ ਹੀ ਨਹੀਂ ਹੈਗਾ ਯਾਰ। ਉਹ ਆਂਦੇ ਹਸਪੀਟਲ, ਮਤਲਬ ਗੱਲ ਉਹ ਸਿਸਟਮ ਹੀ ਹੈ ਨਾ, ਸਿਸਟਮ ਨੂੰ ਹਾਰਟ ਅਟੈਕ ਹੋ ਗਿਆ, ਬੰਦਾ ਕਿੱਥੋਂ ਸ਼ੁਰੂ ਕਰੇ ਤੇ ਕਿੱਥੋਂ ਖਤਮ ਕਰੇ। ਸਾਨੂੰ ਆਪਣੇ ਲੋਕਾਂ ਨੂੰ ਆਪਣੇ ਸਿਸਟਮ 'ਚ ਪਹਿਲਾਂ ਵਿਸ਼ਵਾਸ ਦਿਵਾਉਣਾ ਪਊਗਾ, ਫਿਰ ਯਾਰ ਜੋ ਕੁਝ ਇੱਥੇ ਹੋ ਰਿਹਾ ਇਸ ਲਈ ਨਾ ਕਿ ਸਾਨੂੰ ਵਿਸ਼ਵਾਸ ਨਹੀਂ ਰਹਿ ਗਿਆ ਆਪਣੇ ਸਿਸਟਮ 'ਚ, ਆਪਣੇ ਢਾਂਚੇ 'ਚ ਹੋਣਾ ਪਊਗਾ। ਪਰ ਮੈਂ ਐਜ਼ ਅਮਰੀਕਨ ਮੈਂ ਕਹਿੰਦਾ ਕਿ ਜੇ ਤੁਸੀਂ ਮੇਰੇ ਤੇ ਵਿਸ਼ਵਾਸ ਕਰਦੇ ਜੋ ਬਾਈ, ਵੈਕਸੀਨ ਤੇ ਆਪਾਂ ਨੂੰ ਇਸ ਵੇਲੇ ਮੰਨਣਾ ਪੈਣਾ। ਸਾਰੀ ਦੁਨੀਆ ਉਧਰ ਜਾ ਰਹੀ ਆ, ਸਾਰੀ ਰਿਸਰਚ ਇਸ ਵੇਲੇ ਉਧਰ ਜਾ ਰਹੀ ਆ। ਸੋ ਪਲੀਜ਼ ਜੇ ਤੁਹਾਡੇ ਕੋਲ ਓਪਰਚੁਨਿਟੀ ਹੈ ਵੈਕਸੀਨ ਲਵਾਉਣ ਦੀ, ਜ਼ਰੂਰ ਲਵਾਓ। ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲ ਕਰਨ ਲਈ। ਡਾਕਟਰ ਸਵਰਮਾਨ ਸਿੰਘ ਸਾਡੇ ਨਾਲ ਗੱਲ ਕਰ ਰਹੇ ਸੀਗੇ, ਬਹੁਤ ਚੰਗਾ ਲੱਗਿਆ ਸਾਡੇ ਨਾਲ ਜਿਸ ਤਰੀਕੇ ਨਾਲ ਇਹਨਾਂ ਵਿਸਥਾਰ ਦੇ ਨਾਲ ਗੱਲਬਾਤ ਕੀਤੀ ਹੈ ਸਾਰੀ, ਤੇ ਉਮੀਦ ਹੈ ਕਿ ਚਾਹ ਵੀ ਛੇਤੀ ਛੁੱਟ ਜਾਊਗੀ ਤੁਹਾਡੇ ਵੀ। ਭਾਈ ਮੈਨੂੰ ਹੱਥ ਮਾਰਨ ਦਿਆ, ਚਾਹ। ਸੋ ਇਹੋ ਇੱਕ ਹੋਰ ਚੰਗੀ ਗੱਲ ਤੁਹਾਨੂੰ ਦੱਸ ਦਈਏ ਦੋਸਤੋ, ਅੱਜ ਭਗਤ ਧੰਨਾ ਜੀ ਜਿਨ੍ਹਾਂ ਦੇ ਗੁਰਬਾਣੀ ਦੇ ਵਿੱਚ ਵੀ, ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ 3 ਸ਼ਬਦ ਦਰਜ ਨੇ। ਭਗਤ ਧੰਨਾ ਜੀ ਜਿਨ੍ਹਾਂ ਨੇ ਰੱਬ ਦੀ ਪ੍ਰਾਪਤੀ ਕੀਤੀ ਸੀ, ਉਹ ਆਪ ਕਿਰਸਾਨ ਸੀਗੇ, ਉਹਨਾਂ ਦਾ ਵੀ ਅੱਜ ਜਨਮ ਦਿਵਸ ਹੈਗਾ। ਟਿਕਰੀ ਬਾਰਡਰ ਦੇ ਉੱਤੇ ਉਹਨਾਂ ਦੇ ਪਿੰਡ ਰਾਜਸਥਾਨ ਤੋਂ ਧੂਆਂ ਕਲਾਂ
ਤੋਂ ਜਿਹੜੀ ਮਿੱਟੀ ਹੈਗੀ ਆ ਉਹ ਵੀ ਲੈ ਕੇ ਆਂਦੀ ਗਈ ਹੈਗੀ ਆ। ਸੋ ਉਹਨਾਂ ਨੇ ਬਹੁਤ ਸਾਰੇ ਸ਼ਬਦ ਵੀ ਜਿਹੜੇ ਹੈਗੇ ਆ, ਜਿੱਦਾਂ ਇੱਕ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨ ਤੇ ਤਿੰਨ ਕੇ ਕਾਜ ਸਵਾਰਤਾ। ਇਹ ਭਗਤ ਧੰਨਾ ਜੀ ਦਾ ਹੀ ਸ਼ਬਦ ਹੈਗਾ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਵਿੱਚ ਦਰਜ ਹੈਗਾ ਜੀ। ਸੋ ਇਸੇ ਅਰਦਾਸ ਦੇ ਨਾਲ ਦੋਸਤੋ ਜਿਹੜੀ ਇਹ ਮੁਸ਼ੱਕਤ ਕੀਤੀ ਜਾ ਰਹੀ ਹੈ ਸਾਰੇ ਵੀਰਾਂ ਵੱਲੋਂ। ਹਾਂਜੀ, ਆਰਤੀ ਦੀ ਗੱਲ ਕੀਤੀ ਨਾ, ਬੜੀ ਵੱਡੀ ਚੀਜ਼ ਆ। ਆਪਾਂ ਆਪਣਾ ਸੰਸਾਰ ਬਚਾਉਣਾ, ਜਿਹੜਾ ਇਹ ਸਭ ਕੁਝ ਇਹ ਹੋ ਰਿਹਾ ਕਿਉਂਕਿ ਆਪਾਂ ਆਪਣਾ ਪਾਣੀ ਖਰਾਬ ਕਰ ਲਿਆ, ਆਪਣੀ ਹਵਾ ਖਰਾਬ ਕਰ ਲਈ। ਮੇਰੇ ਵੀਰ, ਮੈਂ ਤੈਨੂੰ ਵਿੱਚੇ ਬ੍ਰੇਕ ਕੀਤਾ, ਪਰ ਤੂੰ ਉਹ ਬੜੀ ਸੋਹਣੀ ਗੱਲ ਕਰਤੀ ਆਰਤੀ ਦੀ। ਆਪਾਂ ਫਿਰ ਉਹ ਆਰਤੀ ਕਾਇਮ ਕਰਨੀ, ਉਹ ਆਰਤੀ ਨਹੀਂ ਜਿਹੜੀ ਗੁਰੂ ਸਾਹਿਬ ਨੇ, ਗੁਰੂ ਨਾਨਕ ਦੇਵ ਜੀ ਨੇ ਜਿਹੜੀ ਆਰਤੀ ਦੀ, ਹਾਂ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀਗਾ, ਗगन में थाल राव चंद दीपक बने तार का मंडल जनक मोती धूप मलयाल पवन चवरो करे सगल बन राय फुलंत ज्योति कैसी आरती होए भाव खंडना तेरी आरती। सो ਇਸੇ ਅਰਦਾਸ ਦੇ ਨਾਲ ਦੋਸਤੋ ਕਿ ਜਿਹੜੀ ਖੂਬਸੂਰਤ ਤਸਵੀਰਾਂ, ਇੰਨੀ ਮਿਹਨਤ ਮੁਸ਼ੱਕਤ ਕੀਤੀ ਜਾ ਰਹੀ ਹੈ ਸਾਰੇ ਵੀਰਾਂ ਵੱਲੋਂ, ਇਹ ਕਿਸੇ ਲੇਖੇ ਲੱਗੇ ਔਰ ਚੜ੍ਹਦੀ ਕਲਾ ਦੇ ਵਿੱਚ ਕਿਸਾਨ ਜਿਹੜੇ ਨੇ ਜੈਕਾਰੇ ਛੱਡਦੇ ਹੋਏ ਆਪਣੇ ਘਰਾਂ ਨੂੰ ਵਾਪਸ ਜਾਣ। ਔਰ ਜਿਹੜੀ ਬਿੱਲ ਹੈਗੇ ਆ ਸਰਕਾਰਾਂ ਮੰਨ ਲੈਣ, ਜੋ ਕਿਸਾਨ ਕਹਿ ਰਹੇ ਆ, ਕਿਸਾਨ ਆਪਣੇ ਹੱਕ ਮੰਨ ਰਹੇ ਆ ਜਿਸ ਤਰੀਕੇ ਦੇ ਨਾਲ ਕਿਸਾਨ ਕਹਿ ਰਹੇ ਆ। ਸੋ ਕੋਸ਼ਿਸ਼ ਹੈ ਕਿ ਸੋਹਣੀਆਂ ਤਸਵੀਰਾਂ ਤੁਹਾਡੇ ਸਾਹਮਣੇ ਇਸੇ ਤਰੀਕੇ ਦੇ ਨਾਲ ਪੇਸ਼ ਕਰਦੇ ਰਹੀਏ ਜੀ। ਕੈਮਰੇ ਦੇ ਉੱਤੇ ਮੇਰਾ ਸਾਥ ਦੇ ਰਹੇ ਨੇ ਸਰਦਾਰ ਜਜਵਿੰਦਰ ਸਿੰਘ। ਹੁਣ ਮੈਨੂੰ ਯਾਨੀ ਕਿ ਮਨਦੀਪ ਸਿੰਘ ਨੂੰ ਦਿਓ ਇਜਾਜ਼ਤ। ਫਤਿਹ ਪ੍ਰਵਾਨ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।